ਅਸੀਂ ਹੌਸਲੇ ਰੱਖੇ ਤੱਕੜ ਲਈਏ ਜ਼ੁਲਮਾਂ ਦੇ ਨਾਲ ਟੱਕਰ ਭਾਵੇਂ ਝੁੱਲ ਜਾਂਦੇ ਨੇ ਚੱਕੜ ਰਹਿੰਦੀ ਸਿੱਧਕਾਂ ਉੱਤੇ ਪਕੜ ਅਸੀਂ ਸਿੰਘਿਆ ਗੁਰੂ ਦੇ ਸਿੰਘਿਆ ਅਸੀਂ ਸਿੰਘਿਆ ਗੁਰੂ ਦੇ ਸਿੰਘਿਆ बंद बंद कटवाए मावा सी भी ना किसी मुझ काजे पवाए मंगदे आ सदा सर बद दा भला ओदी किरपा नाल नहीं चढ़दी कला सादा गुरपुत्रा दा दानी ना कोई ओदा जग ते सानी ओदा किस्सा है लासानी सब तो वड्डी है कुर्बानी असी ਸਿੰਘਿਆ गुरु दे ਸਿੰਘਿਆ असी ਸਿੰਘਿਆ गुरु दे ਸਿੰਘਿਆ ये धी भैन दी राखी बनिए मजलूमां दे साथी ताड़ियां वैरियां अगे जाती गुरु आपे ही करदा राखी असी ਸਿੰਘਿਆ गुरु दे ਸਿੰਘਿਆ असी ਸਿੰਘਿਆ गुरु दे ਸਿੰਘਿਆ ओला साडा सजना दा है टोला ना कोई जात पात दा रौला सबका इक्को वाहिगुरु मौला असी ਸਿੰਘਿਆ गुरु दे ਸਿੰਘਿਆ असी ਸਿੰਘਿਆ गुरु दे ਸਿੰਘਿਆ स्टीलमैन 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 ਸਿੰਘਿਆ स्टीलमैन 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 ਸਿੰਘਿਆ गाँदा मन वीर मंडकीत ओदी स्टीलमैन नाल प्रीत जी दी धुम है दुनिया तीक ओदी करदे लोग अडीक असी ਸਿੰਘਿਆ गुरु दे ਸਿੰਘਿਆ असी ਸਿੰਘਿਆ गुरु दे ਸਿੰਘਿਆ असी ਸਿੰਘਿਆ गुरु दे ਸਿੰਘਿਆ जी वाहिगुरु जी का खालसा वाहिगुरु जी की फतेह समर कैंप दे दूसरे दिन ताड़ा सारिਆਂ ਨੂੰ ਜਿਹੜਾ ਹੈ ਇੱਥੇ ਹਾਰਦਿਕ ਜੀ ਆਇਆਂ ਨੂੰ ਜੀ ਤੇ ਸ਼ੁਰੂਆਤ ਤੋਂ ਪਹਿਲਾਂ ਆਪ ਜੀ ਦੇਖ ਰਹੇ ਸਨ ਅਸੀਂ ਸਿੰਘ ਹਾਂ ਇਹ Song ਜਿਹੜਾ ਹੈ ਗੁਰੂ ਗੋਬਿੰਦ ਸਿੰਘ ਸਰਕਾਰ ਵੱਲੋਂ ਸਟੀਲਮੈਨ ਅਮਨਦੀਪ ਸਿੰਘ ਤੇ ਦਰਸਾਇਆ ਗਿਆ ਸੀਗਾ ਤੇ ਸਨ 2015 ਦੇ ਵਿਚਕਾਰ ਜਿਹੜਾ ਹੈ ਇਸ ਦੀ ਰਿਕਾਰਡਿੰਗ ਕੀਤੀ ਗਈ ਸੀ ਆਸ ਕਰਦੇ ਹਾਂ ਆਪ ਜੀ ਨੇ ਆਨੰਦ ਮਾਣਿਆ ਹੋਣਾ ਹੈ ਤੇ ਹੁਣ ਜਿਹੜਾ ਹੈ ਅਸੀਂ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੀ ਦਿਹਾੜੀ ਸਾਰਿਆਂ ਨੇ ਰਲ ਕੇ ਜਿਹੜਾ ਹੈ ਮੂਲ ਮੰਤਰ ਗੁਰੂ ਮੰਤਰ ਦਾ ਪਾਠ ਕਰਨਾ ਹੈ ਉਪਰੰਤ ਜਿਹੜਾ ਹੈ ਆਪਾਂ ਸ਼ੁਰੂਆਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ एक ओंकार सतनाम करता पुरख निर्भव निर्वैर अकाल मूर्त अजूनी सहभंग गुर प्रसाद एक ओंकार सतनाम करता पुरख निर्भव निर्वैर अकाल मूर्त अजूनी सहभंग गुर प्रसाद एक ओंकार सतनाम करता पुरख निर्भव निर्वैर अकाल मूर्त अजूनी सहभंग गुर प्रसाद एक ओंकार सतनाम करता पुरख निर्भव निर्वैर अकाल मूर्त अजूनी सहभंग गुर प्रसाद एक ओंकार सतनाम करता पुरख निर्भव निर्वैर अकाल मूर्त अजूनी सहभंग गुर प्रसाद वाहिगुरु 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 वाहिगुरु
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਫਿਰ ਜਿਹੜਾ ਹੈ ਨਵੇਂ ਐਂਟਰੀਆਂ ਹੋਈਆਂ ਨੇ ਉਹਨਾਂ ਨੂੰ ਜਿਹੜਾ ਹੈ ਹਾਰਦਿਕ ਜੀ ਆਇਆਂ ਨੂੰ ਜੀ। ਪਲਸ ਫਰੋਮ ਗੁਰਬਾਣੀ ਜਿਹੜਾ ਹੈ ਆਪਾਂ ਸ਼ੁਰੂਆਤ ਜਿਹੜੀ ਹੈ ਉਸ ਤੋਂ ਕਰਨੀ ਹੈ। ਮੈਂ ਬੇਨਤੀ ਕਰਾਂਗਾ ਭੈਣ ਜੀ ਹਰਦੀਪ ਕੌਰ ਜੀ ਅੰਬਾਲਾ ਸਿਟੀ ਤੋਂ, ਉਹ ਜਿਹੜਾ ਹੈ ਅੱਜ ਜਿਹੜਾ ਹੈ ਇਸ ਤੇ ਵਿਚਾਰ ਕਰਨਗੇ ਜੀ। ਭੈਣ ਜੀ ਨੂੰ ਅਨਮਿਊਟ ਕਰ ਲਓ ਭੈਣ ਜੀ। ਭੈਣ ਜੀ ਹਰਦੀਪ ਕੌਰ ਜੀ, ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਅਨਮਿਊਟ ਕਰ ਲਓ ਆਪਣਾ, ਤੇ ਜਿਹੜਾ ਹੈ ਅੱਜ ਦਾ ਜਿਹੜਾ ਹੈ ਪਲਸ ਫਰੋਮ ਗੁਰਬਾਣੀ ਰੁਪਿੰਦਰ ਕਰਕੇ ਆਈਡੀ ਜੀ ਮੈਂ ग्रुप में भेज रहे हो ना, वो याद नहीं है। हरदीप कौर। आज करो भैन जी, शुरू करो जी। वाहिगुरु जी का खालसा वाहिगुरु जी की फतेह। ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਥਾਹ ਸਮੁੰਦਰ ਵਿੱਚੋਂ ਜਿਹੜੇ ਮੋਤੀ ਨੂੰ ਅਸੀਂ ਵਾਚਣਾ ਹੈਗਾ ਉਹ ਹੈ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀ ਹੈ। ਮੰਦਾ ਕਹਿੰਦੇ ਨੇ ਮਾੜੇ ਨੂੰ, ਤੇ ਮੂਲ ਨਾ ਕੀਚਈ ਮਤਲਬ ਕਿ ਸਾਨੂੰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਕਿਹੜਾ ਕੰਮ ਨਹੀਂ ਕਰਨਾ ਚਾਹੀਦਾ? ਮਾੜਾ ਕੰਮ ਨਹੀਂ ਕਰਨਾ ਚਾਹੀਦਾ। ਸਾਨੂੰ ਇਹਦੇ ਬਾਰੇ ਲੰਮੀ ਨਜ਼ਰ ਨਿਹਾਲੀ ਹੈ, ਸਾਨੂੰ ਦੂਰ ਤੱਕ ਵਾਚਣਾ ਚਾਹੀਦਾ, ਦੂਰ ਤੱਕ ਦੇਖਣਾ ਚਾਹੀਦਾ ਕਿ ਇਹਦੇ ਫਿਊਚਰ ਵਿੱਚ ਇਹਦੇ ਅੱਗੇ ਜਾ ਕੇ ਕੀ ਰਿਜ਼ਲਟਸ ਹੋ ਸਕਦੇ। ਹੁਣ ਇਹਨੂੰ ਅਸੀਂ ਇੱਕ ਐਗਜ਼ਾਮਪਲ ਨਾਲ ਸਮਝ ਸਕਦੇ ਹਾਂ। ਪਿਆਰੇ ਬੱਚਿਓ, ਜਿਵੇਂ ਤੁਸੀਂ ਸਾਰਿਆਂ ਨੇ ਕੋਈ ਨਾ ਕੋਈ ਸਟਰੀਮ ਲਿੱਤੀ ਹੋਣੀ ਹੈ ਜਾਂ ਫਿਰ ਕਈਆਂ ਨੇ ਡਿਸਾਈਡ ਕਰਿਆ ਹੋਣਾ ਹੈ ਕਿ ਮੇਰੇ ਇਹ ਸਬਜੈਕਟਸ ਅੱਛੇ ਹੈ, ਉਹ ਸਬਜੈਕਟਸ ਅੱਛੇ ਹੈ, ਇਸ ਲਈ ਅਸੀਂ ਇਸ ਤਰ੍ਹਾਂ ਦਾ ਸਬਜੈਕਟ ਇਹ ਅੱਗੇ ਜਾ ਕੇ ਫਿਊਚਰ ਵਿੱਚ ਕਰਾਂਗੇ। ਕੋਈ ਇੰਜੀਨੀਅਰ ਬਣੇਗਾ, ਕੋਈ ਚਾਹੇਗਾ ਕਿ ਮੈਂ ਡਾਕਟਰ ਬਣਾ, ਕੋਈ ਆਪਣਾ फैशन डिजाइनिंग या पायलट या किसी भी स्ट्रीम में जाएगा, वो उन्होंने तो ही उस चीज बारे काम करना शुरू कर देगा, उन्हें नाल ही वो डिसाइड करना शुरू कर देगा। ते असी क्यों ऐसा डिसाइड करना चाहते हैं? क्योंकि साडा फ्यूचर सिक्योर है, क्योंकि सानू फ्यूचर पता रहे कि असी की काम करना है। अगर ऐसे नू असी गुरु दे राही समझना चाहिए ते सानू की चाहिएगा? ਚੰਗਾ ਕਰਮ ਕਰਨਾ ਹੈ। ਸਾਨੂੰ ਹੁਣੇ ਤੋਂ ਹੀ ਇਸ ਚੀਜ਼ ਨੂੰ ਵਾਚਣਾ ਪਏਗਾ ਤਾਂ ਕਿ ਫਿਊਚਰ ਵਿੱਚ ਜਾ ਕੇ ਉਹਦੇ ਚੰਗੇ ਜਾਂ ਮਾੜੇ ਜਿਹੜੇ ਰਿਜ਼ਲਟ ਨਿਕਲਣਗੇ ਉਹ ਅਸੀਂ ਆਰਾਮ ਨਾਲ ਉਹ ਸਾਨੂੰ ਫਿਊਚਰ ਵਿੱਚ ਸਿਕਿਉਰ ਹੋ ਸਕੀਏ। ਹੁਣ ਗੁਰੂ ਸਾਹਿਬ ਇੱਕ ਹੋਰ ਗੱਲ ਕਹਿੰਦੇ ਨੇ ਕਿ ਜਦੋਂ ਸਾਡੇ ਮਨ ਵਿੱਚ ਕੋਈ ਮੰਦਾ ਵਿਚਾਰ ਆਉਂਦਾ ਹੈਗਾ, ਮੰਨ ਲਓ ਕਿ ਸਾਨੂੰ ਮਾਤਾ ਪਿਤਾ ਨੇ ਗੁੱਸਾ ਕੀਤਾ ਤੇ ਸਾਨੂੰ ਉਹਨਾਂ ਨੂੰ ਅਗਰ ਗਲਤ ਜਵਾਬ ਦੇਣ ਦਾ ਉਹ ਹੋਏ ਮਨ ਕਰੇ, ਜਾਂ ਸਾਨੂੰ ਕੋਈ ਗੁੱਸਾ ਆਏ, ਤੇ ਸਾਨੂੰ ਸਾਡਾ ਕੀ ਫਰਜ਼ ਬਣਦਾ ਹੈ ਕਿ ਅਸੀਂ ਉਸ ਜਗ੍ਹਾ ਤੇ ਰੁਕੀਏ ਔਰ ਦੇਖੀਏ। ਨੂੰ ਚਮਾੜਾ ਕੰਮ ਕਰਨ ਤੋਂ ਪਹਿਲੇ ਥੋੜੀ ਦੇਰ ਰੁਕਣਾ ਚਾਹੀਦਾ ਹੈ ਤੇ ਉਹਦੇ ਬਾਰੇ ਵਿਚਾਰ ਕਰਨਾ ਚਾਹੀਦਾ। ਔਰ ਦੂਸਰੇ ਪਾਸੇ ਅਗਰ ਕੋਈ ਚੰਗਾ ਵਿਚਾਰ ਮਨ ਵਿੱਚ ਆਏ, ਜਿਵੇਂ ਕਿ ਅਸੀਂ ਕਿਸੇ ਦੀ ਸੇਵਾ ਕਰਨਾ ਚਾਹੀਏ ਜਾਂ ਕਦੇ ਨਾਮ ਜਪਣਾ ਚਾਹੀਏ, ਤੇ ਸਾਨੂੰ ਉਹਦੇ ਲਈ ਅੱਗੇ ਫਿਊਚਰ ਬਾਰੇ ਨਹੀਂ ਰੁਕਣਾ ਚਾਹੀਦਾ ਕਿ ਅਸੀਂ ਸ਼ਾਮ ਨੂੰ ਕਰ ਲਾਂਗੇ ਜਾਂ ਥੋੜੀ ਦੇਰ ਤੱਕ ਕਰ ਲਾਂਗੇ। ਸਾਨੂੰ ਉਸੇ ਵੇਲੇ ਉਹ ਸਟੈਪ ਲੈਣਾ ਚਾਹੀਦਾ ਹੈ। ਅਸੀਂ ਮਾੜਾ ਕੰਮ ਕਰਨ ਤੋਂ ਪਹਿਲੇ ਸਾਨੂੰ ਸੋਚ ਕੇ ਵਿਚਾਰ ਕਰਕੇ ਕੰਮ ਕਰਨਾ ਚਾਹੀਦਾ, ਕਾਰਨ ਕਿ ਅਸੀਂ ਫਿਊਚਰ ਵਿੱਚ ਉਹਦਾ ਰਿਜ਼ਲਟ ਸਾਨੂੰ ਹੀ ਭੁਗਤਣਾ ਪੈਣਾ ਹੈ। ਹੁਣ ਅਗਰ ਅਸੀਂ ਕੋਈ ਫਿਊਚਰ ਵਿੱਚ ਕੋਈ ਸਬਜੈਕਟ ਲੈ ਰਹੇ ਹਾਂ ਜਾਂ ਕੋਈ ਆਪਣੀ ਲਾਈਫ ਬਾਰੇ ਸੋਚ ਰਹੇ ਹਾਂ, ਉਹਦਾ ਤਾਂ ਸਾਨੂੰ ਫਾਇਦਾ ਜਾਂ ਨੁਕਸਾਨ ਜੋ ਹੈਗਾ ਆਪਣੀ ਜ਼ਿੰਦਗੀ ਵਿੱਚ ਹੀ ਮਿਲੇਗਾ। ਪਰ ਗੁਰੂ ਜੋ ਸਾਡੇ ਕਰਮ ਹੈ ਚੰਗੇ ਜਾਂ ਮਾੜੇ, ਉਹਦਾ ਫਲ ਸਾਨੂੰ ਸਿਰਫ ਇਸ ਦੁਨੀਆ ਵਿੱਚ ਨਹੀਂ, ਆਪਣੀ ਜ਼ਿੰਦਗੀ ਵਿੱਚ ਨਹੀਂ, ਸਾਡੀ ਜ਼ਿੰਦਗੀ ਤੋਂ ਬਾਅਦ ਵੀ ਉਹਦਾ ਅਸਰ ਸਾਨੂੰ ਪੂਰਾ ਭੁਗਤਣਾ ਪਏਗਾ। ਇਸ ਲਈ ਬੱਚਿਓ, ਸਾਨੂੰ ਹਮੇਸ਼ਾ ਕੋਈ ਵੀ ਕੰਮ ਕਰਨ ਤੋਂ ਪਹਿਲੇ ਵਿਚਾਰ ਕਰਨੀ ਚਾਹੀਦੀ ਹੈ ਕਿ ਇਹ ਚੰਗਾ ਕੰਮ ਹੈ ਜਾਂ ਮਾੜਾ ਕੰਮ ਹੈ। ਚੰਗੇ ਕੰਮ ਵਾਸਤੇ ਸਾਨੂੰ ਨਾਲੋਂ ਨਾਲ ਕਰਨਾ ਚਾਹੀਦਾ, ਮਾੜਾ ਕੰਮ ਕਰਨ ਵਾਸਤੇ ਸਾਨੂੰ ਸਭ ਥੋੜਾ ਜਿਹਾ ਵਿਚਾਰ ਕਰਕੇ, ਥੋੜਾ ਜਿਹਾ ਰੁਕ ਕੇ ਕਿ ਸਾਡੇ ਤੇ ਸਾਡਿਆਂ ਤੇ ਜਾਂ ਜਿਹਦੇ ਨਾਲ ਅਸੀਂ ਉਹ ਕਰਮ ਕਰਨਾ ਚਾਹੁੰਦੇ ਹਾਂ ਉਹਦੇ ਤੇ ਕੀ ਅਸਰ ਹੋਏਗਾ, ਅਸੀਂ ਵਿਚਾਰ ਕਰੀਏ। ਤੇ ਉਸ ਤੋਂ ਬਾਅਦ ਸਾਨੂੰ ਇਹ ਚੀਜ਼ ਤਾਂ ਹੀ ਕਿਉਂ ਵਿਚਾਰੀਏ, ਕਿਉਂਕਿ ਲੰਮੀ ਨਜ਼ਰ ਨਿਹਾਲੇ ਕਿ ਸਾਨੂੰ ਫਿਊਚਰ ਵਿੱਚ ਉਹਦਾ ਰਿਜ਼ਲਟ ਕਿਧਰੇ ਨਾ ਕਿਧਰੇ ਖੁਦ ਹੀ ਭੁਗਤਣਾ ਪੈਣਾ ਹੈ।
ਇਸ ਲਈ ਬੱਚਿਓ ਹਮੇਸ਼ਾ ਕਰਮ ਕਰਨ ਤੋਂ ਪਹਿਲੇ ਸੋਚ ਵਿਚਾਰ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਹਰਦੀਪ ਕੌਰ ਭੈਣ ਜੀ ਦਾ। ਬੜੇ ਵਿਸਥਾਰ ਰੂਪ ਵਿਚਕਾਰ ਜਿਹੜਾ ਹੈ ਉਹਨਾਂ ਨੇ ਆਪ ਜੀ ਨਾਲ ਜਿਹੜਾ ਹੈ ਇਸ ਵਿਸ਼ੇ ਤੇ ਸਾਂਝ ਕੀਤੀ ਹੈ। ਬੜੇ ਸੋਹਣੇ ਢੰਗ ਨਾਲ, ਕੋਈ ਤੁਸੀਂ ਸਟੂਡੈਂਟ ਹੋ ਤੇ ਸਟੂਡੈਂਟ ਦੀ ਲਾਈਫ ਨੂੰ ਲੈ ਕੇ ਜਿਹੜਾ ਹੈ ਉਹਨਾਂ ਨੇ ਗੱਲ ਤੁਹਾਨੂੰ ਸਾਰੀ ਸਮਝਾਈ ਹੈ, ਕਿੱਦਾਂ ਤੁਸੀਂ ਆਪਣੀ ਸਟਰੀਮ ਸਿਲੈਕਟ ਕਰਨੀ ਹੈ, ਕਿੱਦਾਂ ਸਾਰੀ ਉਹਨਾਂ ਨੇ ਜਿਹੜੇ ਵੇਰਵਾ ਲਿਆ ਹੈ। ਧੰਨਵਾਦ ਹੈ ਉਹਨਾਂ ਦਾ। ਤੇ ਅੱਜ ਜਿਹੜਾ ਸਾਡਾ ਟੌਪਿਕ ਤੁਹਾਨੂੰ ਦੱਸਿਆ ਸੀ, ਕੱਲ ਗੱਲ ਕੀਤੀ ਸੀਗੀ ਸੈਲਫ ਅਵੇਅਰਨੈਸ ਐਂਡ ਪਰਸਨੈਲਿਟੀ ਡਿਵੈਲਪਮੈਂਟ। ਕੱਲ ਜਦੋਂ ਡਾਕਟਰ ਮਨਿੰਦਰਪਾਲ ਸਿੰਘ ਜੀ ਗੱਲ ਕਰ ਰਹੇ ਸਨ ਤੇ ਉਹ ਸੈਲਫ ਐਨਾਲਿਸਿਸ ਦੀ ਗੱਲ ਕਰ ਰਹੇ ਸੀ ਵੀ ਆਪਾਂ ਚਿੰਨ੍ਹਣ ਕਰੀਏ, ਆਪਾਂ ਆਪਣੇ ਆਪ ਨੂੰ ਪਛਾਣੀਏ, ਆਪਣੇ ਅੰਦਰ ਦੀ ਜਿਹੜੀ ਹੈ ਝਾਤ ਮਾਰੀਏ, ਆਪਣੇ ਅੰਦਰ ਦੀ ਦਸਤਾਰ ਨੂੰ ਆਪਾਂ ਦੇਖੀਏ। ਕੱਲ ਉਹਨਾਂ ਨੇ ਗੱਲ ਕੀਤੀ, ਡਿਸਕਸ਼ਨ ਕੀਤੀਆਂ ਸਾਰੀਆਂ। ਤੇ ਉਹ ਤਾਂ ਹੀ ਹੋ ਸਕਦਾ ਹੈ ਜੇ ਆਪਾਂ ਇਹਦੇ ਬਾਰੇ ਅਵੇਅਰ ਹੋਵਾਂਗੇ, ਜਾਣੂ ਹੋਵਾਂਗੇ, ਜਾਗਰੂਕ ਹੋਵਾਂਗੇ। ਤੇ ਅੱਜ ਦਾ ਵਿਸ਼ਾ ਜਿਹੜਾ ਹੈ ਸੈਲਫ ਅਵੇਅਰਨੈਸ ਤੇ ਪਰਸਨੈਲਿਟੀ ਡਿਵੈਲਪਮੈਂਟ। ਆਪਣੀ ਪਰਸਨੈਲਿਟੀ ਡਿਵੈਲਪਮੈਂਟ ਕਿੱਦਾਂ ਕਰਨੀ ਹੈ, ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਆਪਾਂ ਪਰਸਨੈਲਿਟੀ ਆਪਣੀ ਕਿੱਦਾਂ ਡਿਵੈਲਪਮੈਂਟ ਕਰਨੀ ਹੈ, ਕਿੱਦਾਂ ਅਵੇਅਰਨੈਸ ਰੱਖਣੀ ਹੈ, ਜਾਂ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਵਿਚਕਾਰ ਸਾਨੂੰ ਕੀ ਸੰਦੇਸ਼ ਨੇ। ਇਸ ਦਾ ਜਿਹੜਾ ਰਮਨਦੀਪ ਸਿੰਘ ਜੀ ਜੋ ਕਿ ਸਾਡੇ ਟੀਚਰਸ ਕਾਉਂਸਿਲ ਹੈ ਗੁਰੂ ਗੋਬਿੰਦ ਸਿੰਘ ਸਰਕਲ ਦੇ ਇੱਕ ਮੈਂਬਰ ਨੇ ਤੇ ਬੜੇ ਸੋਹਣੇ ਬੁਲਾਰੇ ਨੇ, ਤੇ ਉਹ ਜਿਹੜਾ ਹੈ ਆਪ ਜੀ ਨਾਲ ਇਸ ਦੀ ਜਿਹੜੀ ਹੈ ਵਿਚਾਰ ਸਾਂਝੀ ਕਰਨਗੇ। ਬੜਾ ਲਾਹਾ ਲੈਣਾ ਬੱਚੋ ਜੀ। ਕਾਪੀ ਪੈਨ ਮੈਂ ਦੇਖ ਰਿਹਾ ਸੀ ਕੁਝ ਨੇ ਰੱਖੇ ਕੋਲ, ਬਾਕੀ ਸਾਰੇ ਕਾਪੀ ਪੈਨ ਕੋਲ ਰੱਖੋ ਤੇ ਤੁਸੀਂ ਜਿਹੜਾ ਹੈ ਉਹ ਨੋਟ ਵੀ ਕਰੋ, ਤੁਹਾਡੀ ਲਾਈਫ ਤੁਹਾਨੂੰ ਹੈਲਪ ਕਰਨਗੇ। ਇਸ ਦਾ ਰਮਨਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਰਹੀ ਹੈ ਜੀ ਆਵਾਜ਼ ਸਾਰਿਆਂ ਨੂੰ ਜੀ? ਹਾਂਜੀ ਜੀ, ਹਾਂਜੀ ਜੀ, ਆਵਾਜ਼ ਆ ਰਹੀ ਹੈ ਜੀ। ਠੀਕ ਹੈ ਜੀ, ਇੱਕ ਵਾਰ ਫਿਰ ਫਤਿਹ ਦੀ ਸਾਂਝ ਪਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡਾ ਬਹੁਤ ਹੀ ਬੜਾ ਸੁਭਾਗਾ ਸਮਾਂ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਆਪਾਂ ਸਾਰੇ ਅੱਜ ਇੱਥੇ ਜੁੜ ਬੈਠੇ ਹਾਂ ਇਸ ਜ਼ੂਮ ਕਲਾਊਡ ਐਪ ਦੇ ਰਾਹੀਂ। ਆਪਾਂ ਜੋ ਕਿ ਲਾਹੇ ਲੈ ਰਹੇ ਹਾਂ ਸਮਰ ਕੈਂਪ ਦੇ। ਤਾਂ ਪਿਆਰੇ ਵਿਦਿਆਰਥੀਓ, ਅੱਜ ਜੋ ਆਪਣਾ ਟੌਪਿਕ ਹੈ ਉਹ ਹੈ ਵਾਟ ਇਜ਼ ਅਵੇਅਰਨੈਸ ਜਾਂ ਸੈਲਫ ਅਵੇਅਰਨੈਸ ਐਂਡ ਪਰਸਨੈਲਿਟੀ ਡਿਵੈਲਪਮੈਂਟ ਤੇ ਅੱਜ ਆਪਾਂ ਕੁਝ ਤੁਸ਼ ਬੁੱਧੀ ਅਨੁਸਾਰ ਕੁਝ ਵਿਚਾਰਾਂ ਦੀ ਸਾਂਝ ਪਾਵਾਂਗੇ। ਦੇਖੋ, ਇਹ ਇੱਕ ਲਰਨਿੰਗ ਪ੍ਰੋਸੈਸ ਹੁੰਦਾ ਹੈ। ਜਿਸ ਤਰ੍ਹਾਂ ਮੈਂ ਆਪ ਜੀ ਨੂੰ ਕੁਝ ਟਿਪਸ ਦੇਵਾਂਗਾ ਤਾਂ ਉਹ ਟਿਪਸ ਮੈਂ ਆਪਣੇ ਨਿੱਜੀ ਤਜਰਬਿਆਂ ਵਿੱਚੋਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ, ਤੇ ਕੁਝ ਗੱਲਾਂ ਮੈਂ ਜੋ ਗੱਲ ਕਰ ਰਿਹਾ ਤਾਂ ਉਹਨਾਂ ਵਿੱਚੋਂ ਵੀ ਮੈਨੂੰ ਕੁਝ ਸਿੱਖਣ ਨੂੰ ਮਿਲੇਗਾ। ਇਹਦਾ ਮਤਲਬ ਇਹ ਨਹੀਂ ਕਿ ਮੈਂ ਉਹ ਸਾਰੀਆਂ ਚੀਜ਼ਾਂ ਨੂੰ ਬਹੁਤ ਵਧੀਆ ਅਪਲਾਈ ਕੀਤਾ ਹੋਇਆ ਹੈ ਤੇ ਮੈਂ ਪੂਰੀ ਤਰ੍ਹਾਂ ਅਵੇਅਰ ਹੋ ਗਿਆ, ਇਹ ਪੂਰੀ ਤਰ੍ਹਾਂ ਮੇਰੀ ਜ਼ਿੰਦਗੀ ਬੜੀ ਖੁਸ਼ਨੁਮਾ ਹੋ ਚੁੱਕੀ ਹੈ। ਨਹੀਂ, ਇਹ ਗ੍ਰੈਜੂਅਲੀ ਪ੍ਰੋਸੈਸ ਹੈ ਜਿਹੜਾ ਆਪਾਂ ਅੱਜ ਸਾਰਿਆਂ ਨੇ ਰਲ ਮਿਲ ਕੇ ਕਰਨਾ ਹੈ। ਤਾਂ ਮੈਂ ਉਮੀਦ ਕਰਦਾ ਤੁਸੀਂ ਸਾਰੇ ਪੂਰੀ ਤਰ੍ਹਾਂ ਅਵੇਅਰ ਹੋ ਕੇ ਬੈਠੇ ਹੋਵੋਗੇ, ਕਿਉਂਕਿ ਆਪਣਾ ਟੌਪਿਕ ਹੀ ਅਵੇਅਰਨੈਸ ਹੈ। ਤਾਂ ਸਾਰਿਆਂ ਦੇ ਹੱਥਾਂ ਵਿੱਚ ਨੋਟਬੁੱਕ ਪੈਨ ਹੋਣਗੇ, ਤਾਂ ਜਿਹੜੀ ਗੱਲ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਉਸਨੂੰ ਨੋਟ ਕਰਿਆ ਜੀ। ਕਿਸੇ ਤਰ੍ਹਾਂ ਦਾ ਕੋਈ ਸਵਾਲ ਹੈ ਤਾਂ ਮੈਂ ਧਿਆਨ ਦੇਵਾਂਗਾ। ਜਿਹੜੀ ਤੁਸੀਂ ਪਹਿਲੀ ਸਲਾਈਡ ਸਕਰੀਨ ਤੇ ਦੇਖਦੇ ਪਏ ਹੋ ਉਹ ਹੈ ਵਾਟ ਇਜ਼ ਅਵੇਅਰਨੈਸ। ਆਪ ਸਾਰਿਆਂ ਨੂੰ ਪਤਾ ਹੈ ਕਿ ਅਵੇਅਰਨੈਸ ਨੂੰ ਜੇ ਆਪਾਂ ਇੱਕ ਡੈਫੀਨੇਸ਼ਨ ਦੇ ਰੂਪ ਦੇ ਵਿੱਚ ਦੇਖੀਏ ਤਾਂ ਉਹ ਇਹ ਹੈ ਕਿ ਨੌਲੇਜ ਆਫ perception of situation or fact, ਜੋ ਕਿ ਸਾਡੇ ਇਰਦ ਗਿਰਦ ਜੋ ਸਿਚੁਏਸ਼ਨਸ ਹੈ, ਸਾਡੇ ਫੈਮਿਲੀ ਦੀ ਸਿਚੁਏਸ਼ਨਸ ਕਹਿ ਲਓ, ਸਾਡੀ ਸੁਸਾਇਟੀ ਦੀ ਸਿਚੁਏਸ਼ਨਸ ਕਹਿ ਲਓ, ਜੋ ਵੀ ਹੈ ਸਾਰੀਆਂ, ਉਹਨਾਂ ਬਾਰੇ ਅਵੇਅਰ ਰਹਿਣਾ, ਹਰ ਵੇਲੇ ਐਕਟਿਵ ਰਹਿਣਾ ਵੀ ਹੋ ਕੀ ਰਿਹਾ ਮੇਰੇ ਇਰਦ ਗਿਰਦ। ਕਿਤੇ ਮੈਂ ਖੂਹ ਦੇ ਲੱਡੂ ਵਾਂਗੂ ਤਾਂ ਨਹੀਂ ਹੈਗਾ ਵੀ ਮੈਨੂੰ ਸਿਰਫ ਆਪਣਾ ਹੀ ਪਤਾ ਹੈ ਵੀ ਆਪਣੇ ਘਰ ਦੇ ਆਲੇ ਦੁਆਲੇ ਜਾਂ ਮੇਰੇ ਘਰ ਦੇ ਵਿੱਚ ਕੀ ਹੋ ਰਿਹਾ। ਸਿਰਫ ਇੱਥੇ ਤੱਕ ਸੀਮਤ ਨਹੀਂ ਹੈ, ਮੈਂ ਆਪਣਾ ਆਲਾ ਦੁਆਲਾ ਵੀ ਦੇਖਾਂ, ਮੈਂ ਆਪਣੇ ਚਾਰ ਫੇਰੇ ਵੀ ਦੇਖਾਂ। ਕਿਸੇ ਨੇ ਬੜੀ ਸੋਹਣੀ ਗੱਲ ਆਖੀ ਸੀ, ਕਹਿੰਦੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਗੰਦਗੀ ਨਾ ਆਵੇ, ਧੂਲ ਮਿੱਟੀ ਨਾ ਆਵੇ, ਤਾਂ ਤੁਸੀਂ ਆਪਣੇ ਘਰ ਦੇ ਤੁਸੀਂ ਬੋਕਰ ਲਗਾਉਂਦੇ ਹੋ ਜਾਂ ਸਫਾਈ ਕਰਦੇ ਹੋ, ਸਿਰਫ ਆਪਣਾ ਘਰ ਹੀ ਨਹੀਂ, ਆਪਾਂ ਨੂੰ ਗਲੀ ਵੀ ਤੇ ਆਂਢ ਗੁਆਂਢ ਵੀ ਸਾਫ਼ ਕਰਨਾ ਪਏਗਾ ਜੇ ਤੁਸੀਂ ਚਾਹੁੰਦੇ ਹੋ। ਤੇ ਜੇ ਆਪਾਂ ਸਿਰਫ ਆਪਣਾ ਹੀ ਏਰੀਆ ਸਾਫ਼ ਕਰ ਲਿਆ ਤੇ ਮੈਂ ਸੋਚੀ ਬੈਠਾ ਵੀ ਬਾਹਰੋਂ ਧੂਲ ਮਿੱਟੀ ਹੁਣ ਨਹੀਂ ਆਊਗੀ, ਤਾਂ ਇਹ ਸਾਡੀ ਬਹੁਤ ਵੱਡੀ ਗਲਤਫਹਿਮੀ ਹੋਏਗੀ। ਜਦੋਂ ਮੈਂ ਅਵੇਅਰ ਹੋਊਂਗਾ ਵੀ ਮੇਰੇ ਕੋਲ ਵੀ ਕੁਝ ਸਮੱਸਿਆ ਹੈ ਤੇ ਬਾਹਰ ਵੀ ਕੁਝ ਸਮੱਸਿਆ ਹੈ, ਮੈਂ ਇੰਨਾ ਕੁ ਅਵੇਅਰ ਹੋ ਜਾਵਾਂ ਮੈਂ ਆਪਣੀ ਪ੍ਰੋਬਲਮ ਵੀ ਸੋਲਵ ਕਰ ਸਕਾਂ ਤੇ ਦੂਸਰੇ ਦੀ ਪ੍ਰੋਬਲਮ ਵੀ ਸੋਲਵ ਕਰ ਸਕਾਂ। ਸੋ ਦੂਸਰੀ ਡੈਫੀਨੇਸ਼ਨ 'ਚ ਆ ਜਾਂਦਾ ਹੈ knowledge and understanding that something is happening or exists, ਉਸ ਚੀਜ਼ ਦੀ ਜਾਣਕਾਰੀ ਰੱਖਣੀ ਜਿਹੜੀ ਕੁਝ ਹੋ ਰਹੀ ਹੈ ਜਾਂ ਮੌਜੂਦਾ ਹੋ ਰਹੀ ਹੈ। ਤਾਂ ਸੱਚੇ ਪਾਤਸ਼ਾਹ ਬਾਣੀ ਵਿੱਚ ਫਰਮਾਉਂਦੇ ਨੇ, ਇਸ ਗ੍ਰਹਿ ਮੇਂ ਕੋਈ ਜਾਗਤ ਰਹੇ, ਇਸ ਗ੍ਰਹਿ ਮੇਂ ਕੋਈ ਜਾਗਤ ਰਹੇ।
मतलब कि इस दुनिया ਦੇ ਵਿੱਚ ਵੀ ਕੋਈ ਜਾਗਦਾ ਰਵੇ ਤੇ ਇੱਕ ਗ੍ਰਹਿ ਦੀ ਗੱਲ ਕੀਤੀ ਹੈ, ਸਾਡੇ ਅੰਦਰ ਦੀ ਗੱਲ ਹੋ ਰਹੀ ਹੈ, ਮੇਰੇ ਮਨ ਦੀ ਗੱਲ ਹੋ ਰਹੀ ਹੈ। ਇਹ ਆਪਾਂ ਅਗਲੀ ਸਲਾਈਡ 'ਤੇ ਗੱਲ ਕਰਾਂਗੇ ਕਿ ਅਵੇਅਰਨੈਸ ਕਿਸ ਤਰ੍ਹਾਂ ਸਾਡੇ ਮਾਈਂਡ ਦੀ ਹੈ। ਪਰ ਇੱਥੇ ਪਾਤਸ਼ਾਹ ਕਹਿੰਦੇ ਇਸ ਗ੍ਰਹਿ ਮੇ ਕੋਈ ਜਾਗਤ ਰਹੇ, ਵੀ ਕੋਈ ਵਿਰਲਾ ਹੀ ਜਿੰਦੇ ਉੱਤੇ ਪਰਮਾਤਮਾ ਦੀ ਕਿਰਪਾ ਹੋਏਗੀ। ਜਗ ਮੇ ਉੱਤਮ ਕਾਲੀਏ ਵਿਰਲੇ ਕਈ ਉਹ ਜਿਹੜਾ ਵਿਰਲਾ ਨਾ ਉਹ ਆਪਾਂ ਮੰਨ ਸਕਦੇ ਹਾਂ। ਕਈ ਵਾਰੀ ਆਪਾਂ ਨੂੰ ਐਂ ਲੱਗਦਾ ਵੀ ਕਿਤੇ ਵੱਡਿਆਂ ਦੀ ਗੱਲ ਹੋ ਰਹੀ ਹੈ, ਬੜੀਆਂ ਸਾਰੀਆਂ ਕਿਤਾਬਾਂ ਪੜ੍ਹਨੀਆਂ ਪੈਣਗੀਆਂ, ਮੈਨੂੰ ਤਾਂ ਇਹ ਕਿੰਨੇ ਹੀ ਬਾਣੀਆਂ ਕੰਠ ਹੋਣੀਆਂ ਚਾਹੀਦੀਆਂ, ਮੈਨੂੰ ਰੋਜ਼ ਗੁਰਦੁਆਰੇ ਜਾਣਾ ਪੈਣਾ, ਜਾਂ ਮੈਨੂੰ ਇਸ ਤਰ੍ਹਾਂ ਦਾ ਝੋਲਾ ਕੋਈ ਪਾਉਣਾ ਪੈਣਾ, ਜਾਂ ਕੋਈ ਮੈਨੂੰ ਵੇਸ਼ ਧਾਰਨ ਕਰਨਾ ਪੈਣਾ। ਪਾਤਸ਼ਾਹ ਕਹਿੰਦੇ ਨਹੀਂ, ਵਿਰਲਾ ਬਣਨ ਵਾਸਤੇ ਤੈਨੂੰ ਸਿਰਫ ਨਿਮਰਤਾ ਰੱਖਣੀ ਪੈਣੀ ਹੈ, ਤੈਨੂੰ ਸਿਰਫ ਪਰਮਾਤਮਾ ਦੇ ਇਹ ਹੋਣ ਦਾ ਅਹਿਸਾਸ ਹੋਣਾ ਚਾਹੀਦਾ। ਇਸ ਤਰ੍ਹਾਂ ਆਪਾਂ ਕੱਲ ਵੀਰ ਜੀ ਦੇ ਲੈਕਚਰ 'ਚ ਸੁਣਿਆ ਸੀ, ਨਾਮ, ਜਿਹੜਾ ਨਾਮ ਕੀ ਹੈ ਕਿ ਪਰਮਾਤਮਾ ਨੂੰ, ਵਾਹਿਗੁਰੂ ਜੀ ਨੂੰ ਆਪਣੇ ਅੰਗ ਸੰਗ ਸਮਝਣਾ, ਉਹਦੀ ਹੋਂਦ ਵਿੱਚ ਰਹਿਣਾ। ਕਹਿੰਦੇ ਸਾਬਤ ਵਸਤੂ ਆਪਣੀ ਲਹੇ, ਫਿਰ ਸਾਰਾ ਕੁਛ ਹੀ ਉਹ ਆਪਣੀ ਲੈ ਸਕਦਾ ਹੈ। ਸੋ ਪਿਆਰੇ ਵਿਦਿਆਰਥੀ, ਹੁਣ ਇੱਥੇ ਗੱਲ ਕਲੀਅਰ ਹੋ ਗਈ, ਅਵੇਅਰਨੈਸ ਕੀ ਹੈ, ਹਰ ਵੇਲੇ ਜਾਗਰਤ ਅਵਸਥਾ 'ਚ ਰਹਿਣਾ। ਨੈਕਸਟ ਸਲਾਈਡ ਦੇ ਵਿੱਚ ਆਪਾਂ ਦੇਖਾਂਗੇ ਕਿ what is self awareness। ਨੈਕਸਟ ਸਲਾਈਡ, what is self awareness। ਅਵੇਅਰਨੈਸ ਤਾਂ ਹੋਗੀ, ਹੁਣ ਆ ਗਈ ਸੈਲਫ ਅਵੇਅਰਨੈਸ, ਨਿੱਜੀ ਅਵੇਅਰਨੈਸ, ਆਪਣੀ ਅਵੇਅਰਨੈਸ। ਸੈਲਫ ਅਵੇਅਰਨੈਸ ਮੀਨ ability to see yourself clearly। ਸਾਫ਼ ਦੇਖੋ, ਇੱਕ ਸ਼ੀਸ਼ਾ ਹੈ, ਸ਼ੀਸ਼ੇ ਵਿੱਚੋਂ ਆਪਾਂ ਨੂੰ ਬਹੁਤ ਸਾਫ਼ ਦਿਖਦਾ ਪਿਆ ਹੁੰਦਾ ਹੈ, ਪਰ ਜੋ ਸ਼ੀਸ਼ੇ ਉੱਤੇ ਗੰਦਗੀ ਆ ਜਾਵੇ ਜਾਂ ਸ਼ੀਸ਼ਾ ਪੀਲਾ ਪੈ ਜਾਵੇ ਤਾਂ ਆਪਾਂ ਨੂੰ ਐਂ ਲੱਗਦਾ ਉਹ ਚੀਜ਼ ਪੀਲੀ ਹੈ, ਜਦ ਕਿ ਉਹ ਚੀਜ਼ ਜਿਹੜੀ ਸ਼ੀਸ਼ੇ ਵਿੱਚੋਂ ਦਿਖਦੀ ਪਈ ਸੀ, ਚੀਜ਼ ਐਜ਼ ਇਟ ਇਜ਼ ਹੀ ਹੈ, ਸ਼ੀਸ਼ਾ ਪੀਲਾ ਪੈ ਜਾਂਦਾ ਜੀ। ਇੱਕ ਸਟੋਰੀ ਸ਼ਾਇਦ ਆਪਣੇ ਪਤਾ ਸੁਣੀ ਹੋਵੇ, ਆਪਾਂ ਸ਼ੇਅਰ ਕਰੀਏ। ਇੱਕ ਵਾਰ ਇੱਕ ਬਿਲਡਿੰਗ ਦੇ ਵਿੱਚ ਇੱਕ ਮੈਡਮ ਆਪਣੇ ਹਸਬੈਂਡ ਨੂੰ ਕਹਿੰਦੀ ਹੈ, ਕਹਿੰਦੀ ਦੇਖੋ ਜਿਹੜੀ ਨਾਲ ਵਾਲੀ ਆਂਟੀ ਆ ਨਾ, ਉਹਨੂੰ ਕੱਪੜੇ ਬਿਲਕੁਲ ਨਹੀਂ ਧੋਣੇ ਆਉਂਦੇ, ਜਿੰਨੇ ਵੀ ਕੱਪੜੇ ਪਾਉਂਦੇ ਨਾ ਪੀਲੇ ਪਲੰਗ ਹੁੰਦੇ ਆ, ਜੇ ਕਿਤੇ ਮੇਰੇ ਹੱਥ ਲੱਗੇ ਹੋਣੇ ਨਾ ਕੱਪੜਿਆਂ ਦੇ ਉੱਤੇ ਤਾਂ ਇਹਨੂੰ ਮੈਂ ਰਗੜ ਕੇ ਸਾਫ਼ ਕਰ ਦੇਵਾਂ। ਉਹ ਰੋਜ਼ ਇਸ ਤਰ੍ਹਾਂ ਹੀ ਕਹਿੰਦੀ ਜਦੋਂ ਵੀ ਉਹ ਕੱਪੜੇ ਧੋਂਦੀ ਸੀ। ਇੱਕ ਦਿਨ ਕੀ ਹੋਇਆ, ਮੈਡਮ ਸੁਬਾਹ ਉੱਠੀ, ਜਦੋਂ ਉੱਠ ਕੇ ਉਹਨੇ ਦੇਖਿਆ, ਉਹ ਕੀ ਵੇਖਦੀ ਆ ਕਿ ਜਿਹੜੇ ਸ਼ੀਸ਼ੇ ਪਹਿਲਾਂ, ਜਿਹੜਾ ਕੱਪੜੇ ਪਹਿਲਾਂ ਪੀਲੇ ਨਜ਼ਰ ਆਉਂਦੇ ਸੀ, ਉਹ ਅੱਜ ਚਿੱਟੇ ਨਜ਼ਰ ਆ ਰਹੇ ਹੈ। ਤੇ ਫਿਰ ਉਹਦਾ ਹਸਬੈਂਡ ਕਹਿੰਦਾ ਅੱਜ ਮੈਂ ਸੁਬਾਹ ਛੇਤੀ ਉੱਠ ਗਿਆ ਸੀ ਤੇ ਮੈਂ ਸ਼ੀਸ਼ੇ ਸਾਫ਼ ਕਰ ਦਿੱਤੇ ਕਿਉਂਕਿ ਸ਼ੀਸ਼ੇ ਪੀਲੇ ਪੈ ਗਏ ਸੀ। ਕੱਪੜੇ ਤਾਂ ਪਹਿਲਾਂ ਵੀ ਚਿੱਟੇ ਸੀ ਪਰ ਸ਼ੀਸ਼ਾ ਪੀਲਾ ਪੈ ਗਿਆ ਸੀ। ਸੋ ਇੱਥੇ ਕਲੀਅਰ ਹੈ ਕਿ ਜਿਹੜੀ ਚੀਜ਼ ਸਾਨੂੰ ਕਲੀਅਰ ਨਹੀਂ ਨਜ਼ਰ ਆ ਰਹੀ, ਉਹਦਾ ਮਤਲਬ ਇਹ ਨਹੀਂ ਕਿ ਉਹ ਚੀਜ਼ ਖਤਮ ਹੈ ਜਾਂ ਚੀਜ਼ ਖਰਾਬ ਹੈ, ਚੀਜ਼ ਗਲਤ ਹੈ। ਅਸਲ ਵਿੱਚ ਸਾਡੀ ਦ੍ਰਿਸ਼ਟੀ ਗਲਤ ਹੋ ਜਾਂਦੀ ਹੈ, ਸਾਡਾ ਦੇਖਣ ਦਾ ਨਜ਼ਰੀਆ ਗਲਤ ਹੋ ਜਾਂਦਾ ਹੈ। ਜਦੋਂ ਸਾਡਾ ਨਜ਼ਰੀਆ ਗਲਤ ਹੋ ਜਾਂਦਾ ਹੈ ਫਿਰ ਸਾਨੂੰ ਇਹ ਲੱਗਦਾ ਵੀ ਉਹ ਚੀਜ਼ ਗਲਤ, ਤਾਂ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਸੋ ਇੱਥੇ ਆ ਗਿਆ see yourself clearly and objectively through reflection and introspection। introspection ਕੀ ਹੁੰਦੀ ਹੈ ਜੀ, ਪਤਾ ਸਾਰਿਆਂ ਨੂੰ? introspection ਦਾ ਮਤਲਬ ਹੁੰਦਾ ਹੈ ਜਨ ਨਾਨਕ ਬਿਨ ਆਪਾਂ ਚੀਨੇ ਮਿਟੇ ਨਾ ਭਰਮ ਕੀ ਕਾਈ। ਪਾਤਸ਼ਾਹ ਕਹਿੰਦੇ ਆਪਨ ਚੀਨਣ ਕਰੀਏ ਬਈ, ਤੇ ਬਾਅਦ ਮਹੀਨੇ ਬਾਅਦ ਸਾਲ ਬਾਅਦ ਨਾ ਜੀ ਨਾ, ਰੋਜ਼ ਹੀ ਆਪਾਂ ਆਪਨ ਚੀਨਣ ਕਰ ਸਕਦੇ ਹਾਂ। ਤੇ ਆਪਨ ਚੀਨਣ ਚ ਪਾਤਸ਼ਾਹ ਕਹਿੰਦੇ ਆ ਫਰੀਦਾ, ਜੇ ਤੂੰ ਅਕਲ ਲਤੀਫ, ਲਤੀਫ ਹੁੰਦਾ ਪੜ੍ਹਿਆ ਲਿਖਿਆ, ਬੜਾ ਸਿਆਣਾ, ਕਾਲੇ ਲਿਖਣ ਲੇਖ, ਤੇ ਫਿਰ ਤੂੰ ਨਾ ਆਪਣੀ ਜ਼ੁਬਾਨ ਤੋਂ, ਆਪਾਂ ਸੋਚਦੇ ਸੀ ਕੱਲੇ ਹੱਥਾਂ ਨਾਲ ਹੀ ਲਿਖਣਾ ਹੁੰਦਾ ਹੈ, ਨਹੀਂ ਵੀ ਨਹੀਂ, ਕਰ ਕਰਨਾ ਲਿਖ ਲੈ ਜਾਏ। ਮੈਂ ਜੋ ਕਰਦਾ ਪਿਆ, ਚਾਹੇ ਹੱਥਾਂ ਨਾਲ, ਚਾਹੇ ਪੈਰਾਂ ਨਾਲ, ਚਾਹੇ ਮੂੰਹ ਨਾਲ, ਚਾਹੇ ਅੱਖਾਂ ਰਾਹੀਂ, ਮੈਂ ਜੋ ਗਲਤ ਦੇਖਦਾ ਪਿਆ ਉਹ ਮੇਰਾ ਲਿਖਿਆ ਗਿਆ, ਜੋ ਮੈਂ ਹੱਥਾਂ ਨਾਲ ਕਰਦਾ ਪਿਆ ਉਹ ਵੀ ਮੇਰਾ ਲਿਖਿਆ ਗਿਆ, ਜੋ ਮੈਂ ਜ਼ੁਬਾਨ ਨਾਲ ਬੋਲਦਾ ਪਿਆ ਉਹ ਵੀ ਮੇਰਾ ਲਿਖਿਆ ਗਿਆ। ਫਿਰ ਪਾਤਸ਼ਾਹ ਕਹਿੰਦੇ ਆਪਣੇ ਗਿਰਵਾਨੇ ਸਿਰ ਨੀਵਾਂ ਕਰਦੇ। ਮੈਂ ਜਦੋਂ ਛੋਟਾ ਹੁੰਦਾ ਸੀ ਮੈਂ ਕਹਿੰਦਾ ਸੀ ਨਾ ਐ ਕਰਕੇ ਦੇਖ ਲਓ ਵੀ ਸਿਰ ਨੀਵਾਂ ਕਰਕੇ ਕੀ ਹੋ ਰਿਹਾ, ਨਹੀਂ, ਪਾਤਸ਼ਾਹ ਕਹਿੰਦੇ ਸਿਰ ਨੀਵਾਂ ਦਾ ਮਤਲਬ ਇਹ ਹੈ ਤੂੰ ਆਪਣੀ ਈਗੋ ਤੋਂ ਥੱਲੇ ਹੋ ਜਾ। ਜਿਹੜਾ ਤੂੰ ਸਮਝੀ ਬੈਠਾ ਨਾ ਮੈਂ ਸਾਰਾ ਕੁਛ ਹਾਂ, ਆਪਾਂ ਨੂੰ ਕਈ ਵਾਰੀ ਇਹ ਬੜਾ ਵੱਡਾ ਭਰਮ ਪੈਦਾ ਹੋ ਜਾਂਦਾ ਵੀ ਮੈਂ ਸਾਰਾ ਕੁਝ ਜਾਣਦਾ, ਮੇਰੇ ਮੰਮੀ ਪਾਪਾ ਕੁਝ ਨਹੀਂ ਜਾਣਦੇ ਬਈ, ਇਹ ਸਾਰਾ ਕੁਝ ਮੈਨੂੰ ਪਤਾ ਹੈ, ਟੈਕਨੋਲੋਜੀ ਬਾਰੇ ਗੱਲਾਂ ਮੈਨੂੰ ਪਤਾ ਹੈ, ਉਹ ਐਂਡਰੋਇਡ ਐਪ ਦੀਆਂ ਸਾਰੀਆਂ ਮੈਨੂੰ ਜਾਣਕਾਰੀ ਹੈ, ਕਿਹੜਾ ਆਪਰੇਟਿੰਗ ਸਿਸਟਮ ਨਵਾਂ ਚੱਲਦਾ ਪਿਆ, ਕਿਹੜਾ ਮੋਬਾਈਲ ਨਵਾਂ ਆ ਰਿਹਾ, ਕਿਹੜੇ ਮੋਬਾਈਲ 'ਚ ਕਿਹੜੇ ਫੀਚਰਸ ਹੈ, ਲੈਪਟਾਪ ਕਿਹੜੀ ਕੰਪਨੀ ਦਾ ਵਧੀਆ, ਇਹ ਸਾਰਾ ਕੁਝ ਮੈਨੂੰ ਪਤਾ ਹੈ। ਮੇਰੇ ਪਾਪਾ ਨੂੰ ਤਾਂ ਕੁਝ ਨਹੀਂ ਪਤਾ, ਮੇਰੀ ਮੰਮਾ ਨੂੰ ਤਾਂ ਕੁਝ ਨਹੀਂ ਪਤਾ। ਇੱਥੇ ਬਹੁਤ ਵੱਡੀ ਗਲਤਫਹਿਮੀ ਹੋ ਜਾਂਦੀ ਹੈ ਪਿਆਰੇ ਵਿਦਿਆਰਥੀਓ ਕਿ ਮੈਨੂੰ ਪਤਾ ਸਾਰਾ ਕੁਛ, ਪਰ ਪਾਤਸ਼ਾਹ ਕਹਿੰਦੇ ਤੂੰ ਇਹ ਜਿਹੜੀ ਤੇਰੀ ਸੋਚਣੀ ਹੈ
ਇਹ ਜਿਹੜੀ ਤੇਰੀ ਮੱਤ ਹੈ ਨਾ, ਇਹ ਤੇਰੇ ਅੰਦਰ ਈਗੋ ਪੈਦਾ ਕਰਦੀ ਪਈ ਹੈ। ਸਿਰ ਨੀਵਾਂ ਨਹੀਂ ਹੋ ਰਿਹਾ ਤੇਰਾ, ਤੇਰਾ ਸਿਰ ਉੱਚਾ ਹੋ ਰਿਹਾ। ਤੇ ਜਿਵੇਂ ਜਿਵੇਂ ਸਿਰ ਉੱਚਾ ਹੋ ਰਿਹਾ ਨਾ, ਤੇ ਮੈਂ ਆਕੜ ਚ ਆ ਰਿਹਾ। ਤੇ ਜਿਹੜੀ ਚੀਜ਼ ਆਕੜੀ ਹੁੰਦੀ ਹੈ ਨਾ, ਉਹ ਛੇਤੀ ਟੁੱਟ ਜਾਂਦੀ ਹੈ। ਤੇ ਜਿਹੜੀ ਚੀਜ਼ ਫਲੈਕਸੀਬਲ ਹੁੰਦੀ ਹੈ ਹਨਾ, ਉਹ ਜਿਹਨੂੰ ਜਿਸ ਤਰ੍ਹਾਂ ਮਰਜ਼ੀ ਝੁਕ ਜਾਵੇ, ਜਿਸ ਤਰ੍ਹਾਂ ਮਰਜ਼ੀ ਮੁੜ ਜਾਵੇ। ਤੁਸੀਂ ਦੇਖੋ ਰੁੱਖਾਂ ਵੱਲ ਦੇਖ ਲਓ, ਜਿਹੜੇ ਰੁੱਖਾਂ ਦੇ ਉੱਤੇ ਫਲ ਲੱਗਦੇ ਹੈ ਉਹ ਰੁੱਖ ਝੁਕੇ ਹੁੰਦੇ ਆ, ਤੇ ਜਿਹੜੇ ਰੁੱਖਾਂ ਦੇ ਉੱਤੇ ਫਲ ਲੱਗਦੇ ਹੀ ਨਹੀਂ, ਜਿਸ ਤਰ੍ਹਾਂ ਕਹਿੰਦੇ ਆ ਕੰਮ ਨਾ ਆਵੇ ਪੱਤ, ਜਿਹੜੇ ਉਹ ਵੱਡੇ ਵੱਡੇ ਦਰਖਤ ਹੁੰਦੇ ਆ, ਪਾਤਸ਼ਾਹ ਬਾਣੀ ਚ ਵੀ ਦੱਸਿਆ ਸਿੰਬਲ ਰੁੱਖ ਸਰਾਏ ਦਾ, ਉਹ ਕਿੱਡਾ ਉੱਚਾ ਰੁੱਖ ਹੁੰਦਾ ਬਈ। ਉਹਦੇ ਨਾ ਪੱਤੇ ਕੰਮ ਆਉਂਦੇ ਆ, ਨਾ ਉਹਦੀ ਲੱਕੜ ਕੰਮ ਆਉਂਦੀ ਆ, ਨਾ ਉਹਦੇ ਫੁੱਲ ਕੰਮ ਆਉਂਦੇ ਆ, ਕੋਈ ਹੈ ਹੀ ਨਹੀਂ, ਸੁਗੰਧ ਹੈ ਨਹੀਂ। ਤਾਂ ਜਿਹੜਾ ਬੰਦਾ ਨਿਮਰਤਾ ਵਿੱਚ ਰਹੇਗਾ, ਝੁਕਿਆ ਰਹੇਗਾ, ਹਰ ਇੱਕ ਨੂੰ ਕੁਝ ਸਿੱਖਣ ਦੀ ਲਾਲਸਾ ਰੱਖੇਗਾ, ਉਹ ਆਪਣੇ ਅੰਦਰ ਸੈਲਫ ਅਵੇਅਰ ਹੋਏਗਾ, ਜਿਹਨੂੰ ਕਹਿੰਦੇ ਆ ਆਪਣੇ ਗਿਰਵਾਨ ਨੇ ਫਿਰ ਨਿਵਾ ਕਰਦੇ। ਨੈਕਸਟ ਸਲਾਈਡ 'ਚ ਆਪਾਂ ਦੇਖਦੇ ਹਾਂ ਵੀ ਅਵੇਅਰਨੈਸ ਕਿੰਨੀ ਤਰ੍ਹਾਂ ਦੀ ਹੁੰਦੀ ਹੈ। ਤੁਸੀਂ ਦੇਖੋ ਟਾਈਪ ਆਫ ਅਵੇਅਰਨੈਸ, 4 ਤਰ੍ਹਾਂ ਦੀ ਮੈਂ ਅਵੇਅਰਨੈਸ ਮਹਿਸੂਸ ਕੀਤੀ ਹੈ। ਉਹ 4 ਤਰ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦੀ ਹੈ ਕਿ ਸੈਲਫ ਅਵੇਅਰਨੈਸ ਆਫ ਯੂਰ ਸਟਰੈਂਥ, ਸ਼ਕਤੀ, ਤੁਹਾਡੀ ਕੁਆਲਿਟੀ ਕਿਹੋ ਜਿਹੀ ਹੈ, ਤੁਹਾਡੇ 'ਚ ਗੁਣ ਕਿਹੜੇ ਹੈ, ਆਪਣੇ ਗੁਣਾਂ ਬਾਰੇ ਪਤਾ ਕਰਨਾ, ਇਹ ਬਹੁਤ ਵੱਡੀ ਗੱਲ ਹੈ ਬਈ। ਨਹੀਂ ਤਾਂ ਆਪਾਂ ਨਾ ਆਮ ਤੌਰ ਤੇ ਉੱਤੇ ਮੈਂ ਵੀ ਕਹਿੰਦਾ ਹੁੰਦਾ ਸੀ, ਮੈਂ ਜਦੋਂ ਕੋਈ ਨਿੱਕੀ ਮੋਟੀ ਗੱਲ ਹੋ ਜੇ, ਕੋਈ ਗਲਤੀ ਹੋ ਜੇ, ਮੈਂ ਕਹਿੰਦਾ ਮੈਂ ਕਿੱਡਾ ਬੁੱਧੂ ਹਾਂ, ਮੈਂ ਕਿੱਡਾ ਬੇਵਕੂਫ ਹੈ, ਮੈਨੂੰ ਤਾਂ ਅਕਲ ਹੀ ਹੈ ਨਹੀਂ ਕਿ ਮੈਂ ਕੁਝ ਨਹੀਂ ਕਰ ਸਕਦਾ, ਮੈਂ ਭੋਂਦੂ ਹਾਂ। ਮੈਂ ਆਪਣੇ ਆਪ ਨੂੰ ਨਾ ਨੀਵਾਂ ਸਮਝਦਾ ਸੀ ਉਸ ਲੈਵਲ ਦੇ ਉੱਤੇ ਵੀ ਮੈਨੂੰ ਕੁਝ ਆਉਂਦਾ ਹੀ ਨਹੀਂ, ਇਨਫੀਰੀਅਰਿਟੀ ਕੰਪਲੈਕਸ ਹੋ ਜਾਂਦਾ ਸੀ ਮੈਨੂੰ ਵੀ ਮੈਂ ਕੁਝ ਨਹੀਂ ਕਰ ਸਕਦਾ। ਪਰ ਇੱਥੇ ਹੁਣ ਆਪਾਂ ਨੈਕਸਟ ਸਲਾਈਡ 'ਚ ਦੇਖਾਂਗੇ ਸੈਲਫ ਅਵੇਅਰਨੈਸ ਆਫ ਯੂਰ ਸਟਰੈਂਥ ਦੇ ਵਿੱਚ ਕੀ ਆ ਜਾਊਗਾ। ਸਭ ਤੋਂ ਪਹਿਲਾਂ ਸਟਰੈਂਥ ਦੇ ਵਿੱਚ ਨੈਕਸਟ ਸਲਾਈਡ ਦੀ ਸਭ ਤੋਂ ਪਹਿਲਾਂ ਆ ਜਾਏਗਾ ਸੈਲਫ ਅਵੇਅਰਨੈਸ ਆਫ ਸਟਰੈਂਥ। ਇਹ 4 ਸਲਾਈਡਾਂ ਨੂੰ ਆਪਾਂ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ। ਤੇ ਪਾਤਸ਼ਾਹ ਬਾਣੀ ਚ ਕੀ ਫਰਮਾਉਂਦੇ ਨੇ ਜੀ, ਸਾਰੇ ਪੜੋ, ਸਕਰੀਨ ਉੱਤੇ ਆ ਰਿਹਾ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਮੈਂ ਜਦੋਂ ਪੰਕਤੀਆਂ ਨੂੰ ਸੁਣਿਆ, ਫਿਰ ਇਹਨਾਂ ਨੂੰ ਮੈਂ ਸਮਝਿਆ, ਸਮਝ ਕੇ ਮੈਂ ਚੀਜ਼ ਮਹਿਸੂਸ ਕੀਤੀ ਜਿਹੜੀ ਮੈਂ ਤੁਹਾਡੇ ਨੂੰ ਦੱਸਣ ਜਾ ਰਿਹਾ। ਉਹ ਇਹ ਹੈ ਕਿ ਸੱਚੇ ਪਾਤਸ਼ਾਹ ਕਹਿਣਾ ਚਾਹੁੰਦੇ ਨੇ, ਫਰਮਾਉਂਦੇ ਪਏ ਨੇ ਵੀ ਜਿੰਨੀਆਂ ਵੀ ਜੂਨਾਂ ਆਪਾਂ ਦੇਖਦੇ ਪਏ ਆ ਦੁਨੀਆ ਦੇ ਵਿੱਚ, ਉਹ ਕਹਿੰਦੇ ਤੇਰੇ ਕੰਟਰੋਲ ਦੇ ਵਿੱਚ ਆ ਜਾਣਗੀਆਂ। ਯੂ ਆਰ ਦਾ ਕੰਟਰੋਲਰ, ਯੂ ਵਿਲ ਬੀ ਕੰਟਰੋਲਰ ਆਫ ਦੈਟਸ। ਜਿਹੜੇ ਆਪਾਂ ਕਹਿ ਦਈਏ ਇਨਸੈਕਟ ਕਹਿ ਲਓ, ਐਨੀਮਲਸ ਕਹਿ ਲਓ, ਜਿੰਨੇ ਵੀ ਪਲਾਂਟਸ, ਇਹ ਸਾਰੀਆਂ ਜੂਨਾਂ ਹੈ। ਉਹ ਕਹਿੰਦੇ ਕਈ ਜੂਨ ਪਈ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਇਹ ਜਿੰਨੀਆਂ ਵੀ ਜੂਨਾਂ ਹੈਗੀਆਂ, ਇਹਨਾਂ ਸਾਰਿਆਂ ਦੇ ਉੱਤੇ ਤੇਰਾ ਕੰਟਰੋਲ ਹੋ ਜਾਏਗਾ। ਤੇ ਪਾਤਸ਼ਾਹ ਕਹਿੰਦੇ ਇਸ ਧਰਤੀ ਮੈਂ ਤੇਰੀ ਸਿਕਦਾਰੀ, ਤਾਂ ਇਸ ਧਰਤੀ ਦੇ ਉੱਤੇ ਤੇਰੀ ਸਰਦਾਰੀ ਹੋ ਸਕਦੀ ਹੈ, ਤੇਰੀ ਸਿਕਦਾਰੀ ਹੋ ਸਕਦੀ ਹੈ। ਇਨ ਦਿਸ ਵਰਡ ਯੂ ਮੇ ਬੀ ਰੂਲਰ, ਤੂੰ ਰੂਲਸ ਬਣਾ ਸਕਦਾ ਹੈ, ਤੂੰ ਕੰਟਰੋਲ ਕਰ ਸਕਦਾ ਹੈ। ਇੱਥੋਂ ਪਤਾ ਕਿਹੜੀ ਗੱਲ ਸਿੱਧ ਹੁੰਦੀ ਹੈ? ਇੱਥੋਂ ਇੱਕ ਗੱਲ ਨਿਕਲ ਕੇ ਆ ਰਹੀ ਹੈ ਕਿ human being a human being is very fortunate process, बड़ा किस्मत वाला प्रोसेस है भाई। ਆਪਾਂ ਇਨਸਾਨ ਬਣ ਗਏ, ਜਿਨਮਾਨਸ ਤੇ ਦੇਵਤੇ ਕੀ ਕਰਤਨ ਲਾਗੇ ਬਾਬ। ਹੁਣ ਇਹ ਇਨਸਾਨ ਆਪਾਂ ਬਣ ਗਏ, ਸਾਡੇ ਵੱਡੇ ਭਾਗ। ਹੁਣ ਅਸੀਂ ਇਨਸਾਨਾਂ ਤੋਂ ਦੇਵਤੇ ਵਾਲੇ ਪ੍ਰੋਸੈਸ ਵੱਲ ਜਾਣਾ। ਸੁਣਨ ਵਿੱਚ ਗੱਲ ਥੋੜੀ ਵੱਡੀ ਲੱਗਦੀ ਪਈ ਹੈ। ਦੇਵਤਾ ਉਹ ਜਿੰਦਾ ਦੀਵਾ ਜਲ ਗਿਆ। ਕਾਹਦਾ ਦੀਵਾ ਜਲ ਗਿਆ? ਗਿਆਨ ਦਾ ਦੀਵਾ ਜਲ ਗਿਆ, ਸੋਚ ਦਾ ਦੀਵਾ ਜਲ ਗਿਆ। ਜਿਹਦੀ ਸੋਚ ਉੱਚੀ ਹੋ ਗਈ, ਉਹ ਆਪਣੇ ਨੇੜੇ ਹੋ ਗਿਆ। ਆਪਣੇ ਨੇੜੇ ਹੋ ਗਿਆ, ਆਪਣੀ ਸੈਲਫ ਅਵੇਅਰਨੈਸ ਜ਼ੋਨ ਚ ਆ ਗਿਆ। ਸੈਲਫ ਅਵੇਅਰਨੈਸ ਜ਼ੋਨ ਚ ਆ ਗਿਆ, ਉਹਨੂੰ ਆਪਣੀ ਸ਼ਕਤੀ ਪਤਾ ਲੱਗ ਗਈ, ਉਹਨੂੰ ਆਪਣੇ ਗੁਣ ਪਤਾ ਲੱਗ ਗਏ। Once I recognize my deficiency, then I will be able to fix it up. ਮੈਨੂੰ ਪਤਾ ਲੱਗ ਗਿਆ ਮੇਰੇ ਚ ਕੀ ਪ੍ਰੋਬਲਮਸ ਹੈ। ਮੈਨੂੰ ਪਤਾ ਲੱਗ ਗਿਆ ਵੀ ਮੇਰੇ ਬੋਲਣ ਦੇ ਨਾਲ ਮੇਰੇ ਘਰ ਦੇ ਵਿੱਚ ਕਲੇਸ਼ ਖੜਾ ਹੋ ਜਾਂਦਾ ਹੈ। ਮੈਂ ਕੁਝ ਗਲਤ ਬੋਲ ਦੇਣਾ ਤੇ ਮੈਂ ਬੋਲਣਾ ਬੰਦ ਕਰ ਦਿੱਤਾ। ਮੈਨੂੰ ਪਤਾ ਲੱਗਿਆ ਬਈ ਮੰਮਾ ਦੀ ਹੈਲਪ ਕਰਾਉਣ ਦੇ ਨਾਲ ਮੰਮਾ ਖੁਸ਼ ਹੁੰਦੇ ਨੇ ਤੇ ਮੈਂ ਮੰਮਾ ਦੀ ਹੈਲਪ ਕਰਾਉਣ ਲੱਗ ਗਿਆ। ਮੈਨੂੰ ਪਤਾ ਲੱਗ ਗਿਆ ਕਿ ਮੇਰੀ ਦੀਦੀ ਮੇਰੇ ਨਾਲ ਕਿਉਂ ਰੁੱਸਦੀ ਹੈ, ਮੈਂ ਉਹਦੀਆਂ ਚੀਜ਼ਾਂ ਨੂੰ ਕਿਉਂ ਤੋੜ ਦਿੰਦਾ, ਮੈਂ ਉਹਦੀਆਂ ਚੀਜ਼ਾਂ ਦੀ ਕਿਉਂ ਵਰਤੋਂ ਕਰਦਾ ਬਿਨਾਂ ਦੱਸੇ ਉਸਨੂੰ। ਮੈਂ ਉਸਦੀ ਮੋਪੜ ਤੇ ਕਿਉਂ ਸਕ੍ਰੈਚ ਪਵਾ ਲੈਣਾ, ਕਿਉਂ ਸਿੱਟ ਦੇਣਾ ਉਸਦੀ ਮੋਪੜ, ਮੈਂ ਉਸਦੀ ਕਾਪੀਆਂ ਕਿਉਂ ਪਾੜ ਦੇਣਾ। ਮੈਂ ਜਦੋਂ ਇਹ ਮੈਨੂੰ ਸਾਰੀਆਂ ਗੱਲਾਂ ਪਤਾ ਲੱਗ ਗਈਆਂ,
पापा के घर आन ते मैं किहदी गल्लां करना, पापा मैनूं प्यार करन, पापा मैनूं गले नाल लाण, है ना, मैनूं आइसक्रीम खवाण, मैनूं होर चीज़ां लैके देण जो मैं मंगदा पिया, ਤਾਂ ਮੈਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਲੱਗਣਾ ਸ਼ੁਰੂ ਹੋ ਜਾਏਗਾ। ਇਹਨੂੰ ਕਹਿੰਦੇ ਆ ਸੈਲਫ ਅਵੇਅਰਨੈਸ ਆਫ ਯੂਰ ਸਟਰੈਂਥ। ਵਿੱਚ ਪੁਆਇੰਟ ਪੜ੍ਹੀਏ ਜੀ ਆਪਾਂ ਸਾਰੇ। ਦੇਖੋ ਜੀ, ਟੇਕ ਟਾਈਮ ਟੂ ਡਿਸਕਵਰ ਯੂਰ ਸਟਰੈਂਥ। ਆਪਾਂ ਆਪਣੀ ਸਟਰੈਂਥ ਨੂੰ ਡਿਸਕਵਰ ਕਰਨਾ। ਡਿਸਕਵਰ ਯੂਰ ਸਟਰੈਂਥ ਬਾय ਪੇਇੰਗ ਅਟੈਂਸ਼ਨ ਇਨ ਦਾ ਵਰਕ। ਜੋ ਮੈਂ ਕੰਮ ਕਰ ਰਿਹਾ ਉਸ ਦੇ ਉੱਤੇ ਮੈਂ ਧਿਆਨ ਦੇਣਾ ਸ਼ੁਰੂ ਕਰ ਦੇਵਾਂ। ਸਭ ਤੋਂ ਪਹਿਲਾਂ ਵੇਅਰ ਡੂ ਯੂ ਫੀਲ ਐਨਰਜਾਈਜ਼ਡ। એનર્ਜੀ ਤੁਹਾਡੇ ਕਿਹੜੇ ਕੰਮ ਕਰਨ ਨਾਲ ਆਉਂਦੀ ਹੈ। ਦੂਸਰੇ ਕਹਿੰਦਾ ਵੀ ਤੁਹਾਨੂੰ ਕਦੋਂ ਕੰਪਲੀਮੈਂਟਸ ਮਿਲਦੇ ਆ, ਕਦੋਂ ਕਮੈਂਟ ਮਿਲਦੇ ਆ, ਇਹ ਤੁਸੀਂ ਬੜਾ ਧਿਆਨ ਨਾਲ ਦੇਖਣਾ। ਲਾਸਟ ਤੇ ਆਂਦਾ ਵੀ ਤੁਸੀਂ ਕਿਹੜਾ ਪ੍ਰੋਜੈਕਟ ਆਪਣੀ ਦਿਲੀ ਇੱਛਾ ਦੇ ਨਾਲ ਪੂਰਾ ਕਰਦੇ ਹੋ। ਪ੍ਰੋਜੈਕਟ ਮੀਨ ਕੋਈ ਵੀ ਕੰਮ ਤੁਹਾਨੂੰ ਸੌਂਪ ਦਿੱਤਾ ਜਾਂਦਾ ਹੈ, ਉਹ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਜਦੋਂ ਜ਼ਿੰਮੇਵਾਰੀ ਬਣ ਜਾਂਦੀ ਹੈ ਉਦੋਂ ਉਹਨੂੰ ਮੈਂ ਕਿਸ ਤਰ੍ਹਾਂ ਨਿਭਾਉਣਾ, ਬਾਖੂਬੀ ਨਿਭਾਉਣਾ, ਤਾਂ ਇਹ ਮੇਰੀ ਸਟਰੈਂਥ ਦੇ ਵਿੱਚ ਆ ਜਾਏਗਾ। ਸੋ ਪਿਆਰੇ ਵਿਦਿਆਰਥੀਓ, ਆਪਾਂ ਆਪਣੀ ਨਾ ਸਟਰੈਂਥ ਵੱਲ ਧਿਆਨ ਦਈਏ, ਸ਼ਕਤੀ ਵੱਲ ਧਿਆਨ ਦਈਏ। ਮੈਂ ਕੀ ਕਰ ਸਕਦਾ? ਤੁਹਾਡੇ ਚੋਂ ਕੋਈ ਰਾਈਟਰ ਬੈਠਾ ਹੋਏਗਾ, ਬਹੁਤ ਵਧੀਆ ਲਿਖਦਾ ਹੋਏਗਾ, ਕੋਈ ਸਿੰਗਰ ਬੈਠਾ ਹੋਏਗਾ, ਕਿਸੇ ਦੀ ਕੈਲੀਗ੍ਰਾਫੀ ਲਿਖਾਈ ਬੜੀ ਸੋਹਣੀ ਹੋਏਗੀ, ਹਨਾ, ਕੋਈ ਕੀਰਤਨ ਕਰ ਲਏਗਾ ਲੈਂਦਾ ਹੋਏਗਾ, ਕੋਈ ਜੋੜੀ ਵਜਾ ਲੈਂਦਾ ਹੋਏਗਾ। ਇਹ ਸਾਰੀਆਂ ਸਟਰੈਂਥ ਆਪਾਂ ਦੇਖੀਏ। ਮੈਂ ਲੋਕਡਾਊਨ ਦੇ ਵਿੱਚ ਨਾ 1-2 ਸਟਰੈਂਥਸ ਨੂੰ ਇਨਕਰੀਜ਼ ਕੀਤਾ, ਸ਼ੇਅਰ ਕਰਾਂ ਤੁਹਾਡੇ ਨਾਲ। ਦੇਖੋ, ਮੈਨੂੰ ਹਾਰਮੋਨੀਅਮ ਪਲੇ ਨਹੀਂ ਕਰਨਾ ਆਉਂਦਾ ਸੀ ਤੇ ਮੈਂ ਇਸ ਲੋਕਡਾਊਨ ਦੇ ਵਿੱਚ ਹਾਰਮੋਨੀਅਮ ਚਲਾਉਣਾ ਸਿੱਖ ਲਿਆ। ਤੇ ਮੈਨੂੰ ਤਬਲਾ ਵੀ ਨਹੀਂ ਆਉਂਦਾ ਸੀ, ਮੈਂ ਤਬਲੇ ਦੀਆਂ ਕਲਾਸਾਂ ਵੀ ਆਨਲਾਈਨ ਲਿੱਤੀਆਂ। ਮੇਰੀ ਕੈਲੀਗ੍ਰਾਫੀ ਵੀ ਹੈ ਨਹੀਂ ਸੀ ਮੇਰੇ ਕੋਲ, ਇਹ ਆਰਟ ਲਿਖਾਈ ਸੋਹਣੀ ਨਹੀਂ ਸੀ, ਮੇਰੀ ਰਾਈਟਿੰਗ ਕਰਸਿਵ ਨਹੀਂ ਸੀ। ਇਹ ਸਾਰੀਆਂ ਚੀਜ਼ਾਂ ਮੈਂ ਇੰਪਰੂਵ ਕੀਤੀਆਂ ਲੋਕਡਾਊਨ ਦੇ ਟਾਈਮ। ਮੈਂ ਆਪਣੀ ਸਟਰੈਂਥ ਦੇ ਵਿੱਚ ਇਨਕਰੀਜ਼ ਆਰਡਰ ਦੇ ਵਿੱਚ ਆਇਆ ਮੈਂ। ਤੇ ਤੁਸੀਂ ਵੀ ਚੈੱਕ ਕਰੋ ਵੀ ਤੁਸੀਂ ਹੋਰ ਕੀ ਕਰ ਸਕਦੇ ਹੋ। ਨੈਕਸਟ ਸਲਾਈਡ ਦੇ ਵਿੱਚ ਆਊਗੀ ਸੈਲਫ ਅਵੇਅਰਨੈਸ ਆਫ ਯੂਅਰ ਵੀਕਨੈਸ। ਆਓ ਹੁਣ ਆਪਾਂ ਦੇਖੀਏ ਕਿ ਆਪਣੀ ਵੀਕਨੈਸ ਆਪਾਂ ਕਿਵੇਂ ਸੈਲਫ। ਨੈਕਸਟ ਸਲਾਈਡ ਦੀ ਆਪਾਂ ਦੇਖੀਏ ਵੀ ਸਾਡੀ ਵੀਕਨੈਸ ਕਿਹੜੀਆਂ ਕਿਹੜੀਆਂ ਹੁਣ ਹੈਗੀਆਂ ਜੀ। ਵੀਕਨੈਸ ਕੀ ਹੁੰਦੀ ਹੈ? ਵੀਕਨੈਸ ਉਹ ਮੇਰੇ ਅੰਦਰ ਕੌਨਫੀਡੈਂਸ ਨਹੀਂ ਆਉਂਦਾ। ਦੇਖੋ ਸਲਾਈਡ ਤੁਹਾਡੇ ਸਾਹਮਣੇ ਆ ਗਈ ਹੈ। ਪਾਤਸ਼ਾਹ ਬਾਣੀ ਤੇ ਕਹਿੰਦੇ ਇਹ ਮਨ ਆਰਸੀ ਕੋਈ ਗੁਰਮੁਖ ਵਿੱਚ। ਇਹ ਮੇਰਾ ਮਨ ਹੈ ਨਾ, ਜਿਹੜਾ ਮੇਰਾ ਦਿਲ ਹੈ, ਮੇਰੀ ਸੋਚਣ ਸ਼ਕਤੀ ਹੈ, ਇੱਕ ਸ਼ੀਸ਼ੇ ਦੇ ਵਾਂਗੂ ਹੈ। ਸ਼ੀਸ਼ੇ ਅੱਗੇ ਖੜ ਕੇ ਆਪਾਂ ਦੇਖੀਏ, ਆਪਾਂ ਦੇਖਦੇ ਨਾ ਸ਼ੀਸ਼ੇ ਅੱਗੇ ਤਿਆਰ ਹੋਣ ਲੱਗੇ, ਮੂੰਹ ਤੇ ਕੋਈ ਕਾਲ ਕੁਲਕਤਾ ਨਹੀਂ ਲੱਗੀ ਹੋਈ, ਜਾਂ ਮੇਰੀ ਟਰਬਨ ਠੀਕ ਹੈ, ਹਨਾ, ਮੇਰੇ ਫੇਸ ਤੇ ਗਲੋ ਹੈਗਾ, ਹਨਾ। ਆਪਾਂ ਸਾਰਾ ਕੁਝ ਚੈੱਕ ਕਰਦੇ ਆ, ਮੇਰੇ ਕੋਲਰ ਠੀਕ ਹੈ, ਮੇਰੇ ਕੱਪੜੇ ਵਧੀਆ ਪਾਏ ਹੈ। ਇਹ ਕੀ ਚੀਜ਼ ਹੈ? ਆਪਾਂ ਆਪਣੇ ਆਪ ਨੂੰ ਦੇਖਦੇ ਆ, ਆਪਾਂ ਆਪਣੇ ਆਪ ਦੀਆਂ ਕਮਜ਼ੋਰੀਆਂ ਦੇਖਦੇ, ਕਮੀਆਂ ਦੇਖਦੇ ਆ। ਉਸੇ ਤਰ੍ਹਾਂ ਕਹਿੰਦੇ ਜਿਹੜਾ ਬੱਚਾ ਸੈਲਫ ਅਵੇਅਰ ਹੋ ਗਿਆ ਉਹ ਆਪਣੀ ਸਟਰੈਂਥ ਦੇ ਨਾਲ ਨਾਲ ਆਪਣੀਆਂ ਵੀਕਨੈਸ ਨੂੰ ਵੀ ਚੈੱਕ ਕਰੇਗਾ। ਜਿਵੇਂ ਮੈਂ ਪਹਿਲਾਂ ਦੱਸ ਕੇ ਆਇਆ, ਕਿਹੜੀਆਂ ਕਿਹੜੀਆਂ ਗੱਲਾਂ ਕਰਕੇ ਮੈਨੂੰ ਪਿਆਰ ਨਹੀਂ ਮਿਲਦਾ, ਮੈਂ ਚੈੱਕ ਕਰ ਲਵਾਂਗਾ, ਹਨਾ। ਕਿਹੜੀਆਂ ਚੀਜ਼ਾਂ ਮੇਰੀਆਂ ਤਰੱਕੀ ਦੇ ਰਾਹ ਵੱਲ ਮੈਨੂੰ ਰੋਕਦੀਆਂ ਪਈਆਂ ਨੇ। ਦੇਖੋ ਤੁਸੀਂ ਸਾਰੇ ਜਾਣੇ ਮੇਰੇ ਫਿੰਗਰਸ ਦੇਖਦੇ ਪਏ ਹੋ, ਆਹ ਫਿੰਗਰਸ ਹੈ ਤੇ ਉਹ ਮੋਬਾਈਲ ਹੈ। ਮੈਂ ਆਪਣੀਆਂ ਫਿੰਗਰਸ ਨੂੰ ਸੈਂਟਰ 'ਚ ਲੈ ਕੇ ਆਇਆ। ਜੇ ਮੈਂ ਫਿੰਗਰ ਨੂੰ ਦੇਖਾਂ ਤਾਂ ਮੈਨੂੰ ਮੋਬਾਈਲ ਨਹੀਂ ਦਿਖ ਰਿਹਾ, ਜੇ ਮੈਂ ਮੋਬਾਈਲ ਨੂੰ ਦੇਖਾਂ, ਦੇਖੋ ਫਿੰਗਰਸ ਦੇ ਵਿੱਚੋਂ ਦੀ, ਤਾਂ ਮੈਨੂੰ ਫਿੰਗਰਸ ਨਹੀਂ ਦਿਖਦੀਆਂ ਪਈਆਂ। ਇੱਥੋਂ ਗੱਲ ਕਲੀਅਰ ਹੋਈ। these fingers are my weakness। ਇਹਨਾਂ ਫਿੰਗਰਸ ਨੂੰ ਮੈਂ ਆਬਸਟੈਕਲਸ ਹੈ, ਹਰਡਲ ਹੈ ਮੇਰੀ ਲਾਈਫ ਦੇ ਵਿੱਚ, ਮੇਰੇ ਗੋਲ ਦੇ ਵਿੱਚ। ਉਹ ਮੇਰਾ ਗੋਲ ਸੀ, ਇਹ ਮੇਰੀਆਂ ਕਮਜ਼ੋਰੀਆਂ ਸੀ, ਮੈਂ ਇਹ ਮੇਰੀ ਮੁਸ਼ਕਲਾਂ ਸੀ। ਮੈਂ ਜੇ ਇਹਨਾਂ ਮੁਸ਼ਕਲਾਂ ਨੂੰ ਹੀ ਦੇਖਦਾ ਰਿਹਾ, ਕਮਜ਼ੋਰੀਆਂ ਨਹੀਂ ਮੁਸ਼ਕਲਾਂ, ਮੈਂ ਇਹਨਾਂ ਮੁਸ਼ਕਲਾਂ ਨੂੰ ਹੀ ਦੇਖਦਾ ਰਿਹਾ, ਮੈਨੂੰ ਮੰਜ਼ਿਲ ਨਹੀਂ ਦਿਖੇਗੀ। ਤੇ ਜੇ ਮੈਂ ਮੰਜ਼ਿਲ ਨੂੰ ਦੇਖਦਾ ਰਵਾਂ ਤਾਂ ਮੈਨੂੰ ਇਹ ਮੁਸ਼ਕਲਾਂ ਨਜ਼ਰ ਨਹੀਂ ਆਉਣਗੀਆਂ। ਇਹ ਜਿਹੜੀਆਂ ਮੁਸ਼ਕਲਾਂ ਨਾ, ਇਹਨਾਂ ਨੂੰ ਦੇਖਣ ਦੇ ਨਾਲ, ਅਵੇਅਰ ਹੋਣ ਦੇ ਨਾਲ, ਇਹ ਮਨ ਆਰਸੀ ਵਾਲੀ ਗੱਲ ਵਿੱਚ ਅਵੇਅਰ ਹੋ ਕੇ ਆਪਾਂ ਦੇਖਾਂਗੇ ਕਿਹੜੇ ਕਿਹੜੇ ਵੀਕਨੈਸ ਸੀ, ਉਸ ਨੂੰ ਆਪਾਂ ਦੂਰ ਕਰਾਂਗੇ ਤਾਂ ਮੰਜ਼ਿਲ ਸਾਡੀ ਬਹੁਤ ਨੇੜੇ ਨਜ਼ਰ ਆਏਗੀ। ਅੱਜ ਮੈਂ ਕੁਝ ਲਾਈਨਸ ਲਿਖੀਆਂ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਧਿਆਨ ਦਿਓ ਜੀ। ਕਹਿੰਦੇ ਮੰਜ਼ਿਲ ਤੇਥੋਂ ਦੂਰ ਨਹੀਂ, ਅੱਜ ਹੀ ਲਿਖੀਆਂ ਹੁਣੇ ਥੋੜੀ ਦੇਰ ਪਹਿਲਾਂ। ਮੰਜ਼ਿਲ ਤੇਥੋਂ ਦੂਰ ਨਹੀਂ, ਪੂਰਾ ਕਰਨਾ
तेनू ध्यान पूरा करना कड़ा दे तू खलोएगा मुश्किलां तां आणगियां विच औंकड़ा दे तू खलोएगा नाल कोई नहीं होना इंसान जरा अंदर झाती मार लई नाल होना तेरे भगवान जरा अंदर झाती मार लई नाल होना तेरे भगवान रख हौसला शिद्दत नाल फिर रख हौसला हैगी है डिग सकदा पैर अड़ जेड़ा तुरदा ही नहीं जेड़ा भजदा ही नहीं वो कित्थों डिगेगा बैठा बैठा कोई डिग सकदा है नहीं डिग सकदा ना जेड़ा तुरेगा जेड़ा भजेगा उहदे डिगण दी चांस हैगे प्रोबेबिलिटी हैगी है पॉसिबिलिटी हैगी है डिग सकदा किसी चीज दे विच डिगदा ओही जो चलदा है डिग गया तां की होया डिगदा ओही जो चलदा है बस हुण इन्ना ही करना है उठ के फिर तो चलना है बस हुण इदा ही करना है उठ के फिर तो चलना है चलो आप अपनी स्लाइड वाल आइए वीकनेस मैं अपनी जो देखनी शुरू कर दित्तियां अपनी कमजोरियां देखनी शुरू कर दित्तियां फिर उसनूं मैं पूरा जरूर करांगा इत्थे एक छोटी जी स्टोरी मैं अपने शेयर करा तुसीं सुणिया ही होना अक्सर ही दो लक्कड़हालियां दी स्टोरी एक लक्कड़हार जो अपने लकड़ा कट्टन जांदे ने जंगल दे विच तां लो भी दोनों ने तैयारी खिच ली दोनों जाने इक्को समय तैयार होके जंगल दे विच जांदे ने ते लकड़ां कट्टन दे लई तां दोवें स्टार्ट हो गए कुछ समय बाद जदों काउंट करदे हैं एक लकड़हारे ने 10 दित्ते हुंदे ते दूजे वाले ने 20 दरख्त वड्डे पे हुंदे है ना पहले ने 10 फड़ ले दूजे ने 20 फड़ ले फिर की होया दूजा फिर अगले दिन फिर जो आंदे आ फिर देखदे आ एक जना दरख्त घट कटदा पिया ताई बराबरी ला रहे हैं एक जना दरख्त वध कटदा पिया ताई वो भी उनके कोल भी उन्ना ते फर्क की आ गया बई उनदी लकड़ा क्यों घट सी उनदी लकड़ा क्यों ज्यादा सी जेड़ा ज्यादा लकड़ा कटदा पिया सी ना ਉਹ ਵਿੱਚ ਦੇ ਵਿੱਚ ਰੈਸਟ ਕਰਨ ਦੇ ਨਾਲ ਨਾਲ ਆਪਣੀ ਜਿਹੜੀ ਕੁਹਾੜੀ ਜਾਂ ਕੁਹਾੜਾ ਸੀ ਉਸ ਨੂੰ ਸ਼ਾਰਪ ਕਰਦਾ ਸੀ ਉਹਦੀ ਧਾਰ ਨੂੰ ਤੇਜ਼ ਕਰਦਾ ਸੀ ਤੇ ਜਿਹੜਾ ਪਹਿਲੇ ਵਾਲਾ ਸੀ ਉਹ ਉਸ ਦੀ ਧਾਰ ਨੂੰ ਤੇਜ਼ ਨਹੀਂ ਕਰਦਾ ਪਿਆ ਸੀ ਉਸੇ ਤਰ੍ਹਾਂ ਲੱਗਿਆ ਪਿਆ ਸੀ ਉਸ ਨੂੰ ਟਾਈਮ ਜ਼ਿਆਦਾ ਲੱਗਦਾ ਪਿਆ ਸੀ ਲੱਕੜਾਂ ਕੱਟਣ 'ਚ ਜਿਹਦੀ ਧਾਰ ਤੇਜ਼ ਸੀ ਕੁਹਾੜੇ ਦੀ ਉਸ ਨੂੰ ਟਾਈਮ ਘੱਟ ਲੱਗਦਾ ਪਿਆ ਸੀ ਤੇ ਇੱਥੋਂ ਕੀ ਹੋਇਆ भी मैं ਜਿਹੜੇ ਕੰਮ ਕਰਦਾ ਪਿਆ ਨਾ ਇਸ ਮਾਈਂਡ ਦੇ ਨਾਲ ਇਸ ਸੋਚ ਦੇ ਨਾਲ ਜੇ ਤਾਂ ਇਹ ਤੇਜ਼ ਰਹੇਗੀ ਜੇ ਤਾਂ ਇਹ ਪੂਰੀ ਤਰ੍ਹਾਂ ਮਜ਼ਬੂਤ ਰਹੇਗੀ ਸ਼ਾਰਪ ਰਹੇਗੀ ਤਾਂ ਕੰਮ ਤੇਜ਼ੀ ਨਾਲ ਹੋਏਗਾ ਜੇ ਤੇਜ਼ੀ ਨਾਲ ਨਹੀਂ ਤਾਂ ਫਿਰ ਟਾਈਮ ਜ਼ਿਆਦਾ ਲੱਗੇਗਾ ਤਾਂ ਹੀ ਤਾਂ ਆਪਾਂ ਕਈ ਵਾਰ ਸੋਚਦੇ ਹਾਂ ਨਾ ਵੀ ਮੇਰੇ ਨਾਲ ਤਾਂ ਪੜ੍ਹਦਾ ਸੀ ਉਹ ਮੇਰੇ ਨਾਲ ਤਾਂ ਕਰਦਾ ਸੀ ਅੱਜ ਉਹ ਕਿਵੇਂ ਤਰੱਕੀ ਕਰ ਗਿਆ ਓਵਰਨਾਈਟ ਸਕਸੈਸ ਕਿਵੇਂ ਮਿਲ ਗਈ ਉਸ ਨੂੰ ਅਸਲ ਦੇ ਵਿੱਚ ਓਵਰਨਾਈਟ ਸਕਸੈਸ ਨਹੀਂ ਮਿਲੀ ਹੁੰਦੀ ਉਸ ਓਵਰਨਾਈਟ ਸਕਸੈਸ ਦੇ ਪਿੱਛੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਹੁੰਦੀ ਉਸ ਬੰਦੇ ਉਸ ਬੰਦੇ ਨੇ ਸੈਲਫ ਅਵੇਅਰ ਹੋ ਕੇ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ ਹੁੰਦਾ ਹੈ ਕਿਉਂਕਿ ਆਪਣੀਆਂ ਕਮਜ਼ੋਰੀਆਂ ਨੂੰ ਪਤਾ ਲੱਗ ਗਿਆ ਜਿਸ ਨੂੰ ਸਪੋਜ਼ ਕਰੋ ਤੁਸੀਂ ਇੱਕ ਗੇਮ 'ਚ ਖੇਡਦੇ ਪਏ ਤੁਹਾਨੂੰ ਆਪਣੀ ਕਮਜ਼ੋਰੀ ਪਤਾ ਲੱਗ ਗਈ ਵੀ ਤੁਸੀਂ ਲੌਂਗ ਜੰਪ ਨਹੀਂ ਮਾਰ ਸਕਦੇ ਇਹ ਕਮਜ਼ੋਰੀ ਹੈ ਤੁਹਾਡੀ ਸਪੋਜ਼ ਕਰੋ ਜਦੋਂ ਤੁਸੀਂ ਗੇਮ ਖੇਡਦੇ ਪਏ ਹੋ ਜਦੋਂ ਰਾਉਂਡ ਲੌਂਗ ਜੰਪ ਵਾਲਾ ਆਏਗਾ ਤਾਂ ਤੁਹਾਡੇ ਅੰਦਰ
किस तरह के कैमिकल इनबैलेंस होने शुरू हो जाएंगे भी हाय ਹੁਣ ਮੈਨੂੰ ਜੰਪ ਲਗਾਉਣਾ ਪਏਗਾ ਇਹ ਤਾਂ ਮੈਨੂੰ ਆਉਂਦਾ ਹੀ ਨਹੀਂ ਇਹੀ ਜੇ ਮੈਨੂੰ ਪਹਿਲਾਂ ਪਤਾ ਹੋਵੇ ਵੀ ਮੇਰੀ ਵੀਕਨੈਸ ਹੈ ਮੇਰੀ ਕਮਜ਼ੋਰੀ ਹੈ ਮੈਂ ਫਾਈਨਲ ਗੇਮ ਦੇ ਰਾਉਂਡ ਆਉਣ ਤੋਂ ਪਹਿਲਾਂ ਪ੍ਰੈਕਟਿਸ ਕਰਾਂਗਾ ਲੌਂਗ ਜੰਪ ਦੀ ਕਰਾਂਗਾ ਨਾ ਫਿਰ ਜਦੋਂ ਮੈਂ ਪ੍ਰੈਕਟਿਸ ਕਰਾਂਗਾ ਉਸ ਲੌਂਗ ਜੰਪ ਮਾਰਨ ਦੀ ਫਿਰ ਜਿੰਨਾ ਮਰਜ਼ੀ ਆਪਾਂ ਕਹਿ ਲਈਏ ਵੀ ਮੇਰੇ ਤੇ ਜਿੰਨਾ ਮਰਜ਼ੀ ਪ੍ਰੈਸ਼ਰ ਹੋਵੇ ਸਟ੍ਰੈਸ ਹੋਵੇ ਮੇਰੇ ਨਾਲ ਦੇ ਕੰਪੀਟੀਟਰ ਜਿਹੜੇ ਮੇਰੇ ਜਿੰਨੇ ਮਰਜ਼ੀ ਮਜ਼ਬੂਤ ਹੋਣ ਬਈ ਮੈਂ ਤਾਂ ਜੰਪ ਮਾਰ ਹੀ ਜਾਵਾਂਗਾ ਕਿਉਂਕਿ ਮੇਰੀ ਪ੍ਰੈਕਟਿਸ ਹੈ ਕਾਰ ਦਾ ਨਾ ਟ੍ਰਾਇਲ ਹੁੰਦਾ ਹੈ ਤੇ ਕਾਰ ਦਾ ਟ੍ਰਾਇਲ ਸੀ ਹੁਣ ਕਾਰ ਦੇ ਵਿੱਚ ਜਦੋਂ ਸਿੱਧੀ ਸਿੱਧੀ ਕਾਰ ਚਲਾਣੀ ਸੀ ਇਹਨਾਂ ਨੂੰ ਤਾਂ ਆਉਂਦੀ ਸੀ ਪਰ ਜਦੋਂ ਪਾਰਕਿੰਗ ਕਰਕੇ ਬੈਕ ਕਰਕੇ ਗੱਡੀ ਲਾਣੀ ਸੀ ਨਾ ਉਹ ਇਹਨਾਂ ਨੂੰ ਨਹੀਂ ਆਉਂਦੀ ਸੀ ਤੇ ਹੋਇਆ ਕਿ ਫੋਰਚੂਨੇਟਲੀ ਉਸ ਦਿਨ ਮੀਂਹ ਪੈ ਗਿਆ ਜਦੋਂ ਮੀਂਹ ਪੈ ਗਿਆ ਤੇ ਕੀ ਹੋਇਆ ਵੀ ਟ੍ਰਾਇਲ ਵਾਲੇ ਕਹਿੰਦੇ ਵੀ ਤੁਹਾਡਾ ਹੁਣ 2 ਦਿਨਾਂ ਬਾਅਦ ਟ੍ਰਾਇਲ ਹੋਏਗਾ ਤੇ ਇਹਨਾਂ ਦੇ ਮਨ ਚ ਹੋਏ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਆਪਦੀ ਕਮਜ਼ੋਰੀ ਦੇਖੀ ਹੈ ਕਹਿੰਦੇ ਮੇਰੀ ਕਮਜ਼ੋਰੀ ਇਹ ਹੈ ਵੀ ਮੈਨੂੰ ਗੱਡੀ ਪਾਰਕ ਨਹੀਂ ਕਰਨੀ ਆਉਂਦੀ ਹੁਣ ਮੈਂ ਕੀ ਕਰਾਂ ਮੈਂ ਕਿਹਾ ਵੈਰੀ ਸਿੰਪਲ ਅਸੀਂ ਨਾ ਵੱਡੇ ਸਾਰੇ ਗਰਾਊਂਡ ਵਿੱਚ ਚਲੇ ਗਏ ਤੇ ਉੱਥੇ ਅਸੀਂ ਇੱਟਾਂ ਲਗਾ ਕੇ ਇੱਕ ਪਾਰਕਿੰਗ ਸਟੈਂਡ ਜਿਵੇਂ ਬਣਾਇਆ ਵੀ ਗੱਡੀ ਬੈਕ ਕਰਕੇ ਤੂੰ ਲਗਾਣੀ ਹੈ ਤੇ ਅਸੀਂ ਘੱਟੋ ਘੱਟ 15 ਵਾਰ ਗੱਡੀ ਪਾਰਕ ਕਰਨ ਦੀ ਪ੍ਰੈਕਟਿਸ ਕੀਤੀ ਹੋਗੀ ਤੇ ਜਿਉਂ ਹੀ ਅਸੀਂ ਗੱਡੀ ਕਰਨ ਦੀ ਪ੍ਰੈਕਟਿਸ ਕੀਤੀ ਹੁਣ ਇਹ ਕੌਨਫੀਡੈਂਸ ਚ ਆ ਗਏ ਕੌਨਫੀਡੈਂਸ ਵੱਧ ਗਿਆ ਇਹਨਾਂ ਦਾ ਆਣਾ ਹੀ ਹੈ ਕਿਉਂਕਿ ਉਹ ਪ੍ਰੈਕਟਿਸ ਹੋ ਗਈ ਉਸ ਚੀਜ਼ ਦੀ ਸੋ ਬੱਚਿਓ ਜਿਵੇਂ ਜਿਵੇਂ ਅਸੀਂ ਪ੍ਰੈਕਟਿਸ ਕਰਾਂਗੇ ਸਾਡਾ ਕੌਨਫੀਡੈਂਸ ਵਧੀ ਜਾਏਗਾ ਤੇ ਪ੍ਰੈਕਟਿਸ ਸਾਨੂੰ ਆਪਣੇ ਨੇੜੇ ਲੈ ਕੇ ਆਉਂਦੀ ਹੈ ਅਸੀਂ ਸੈਲਫ ਅਵੇਅਰ ਹੋ ਜਾਾਂਗੇ ਤੇ ਉਹੀ ਗੱਲ ਹੋਈ ਅਗਲੇ ਦਿਨ ਇਹਨਾਂ ਦਾ ਡਰਾਈਵਿੰਗ ਲਾਇਸੈਂਸ ਬਣ ਹੰਗਰੀ ਜਿਹੜੀ ਆਰਮੀ ਦੇ ਵਿੱਚ ਇੱਕ ਕੈਰਲੇ ਨਾਂ ਦਾ ਫੌਜੀ ਸੀ ਇੱਕ ਜੋ ਉਹ ਬੜਾ ਬੈਸਟ ਸ਼ੂਟਰ ਕਹਿ ਦਈਏ ਆਪਾਂ ਤੁਸੀਂ ਲੈ ਕੇ ਆਵਾਂਗਾ ਆਉਂਗਾ ਪਰ ਉਹ ਇੱਕ ਦਿਨ ਪ੍ਰੈਕਟਿਸ ਕਰਨ ਦੇ ਦੌਰਾਨ ਆਪਣੀ ਧਮਾਕੇ ਦੇ ਵਿੱਚ ਉਸਦੀ ਸੱਜੀ ਬਾਂਹ ਡੈਮੇਜ ਹੋ ਜਾਂਦੀ ਹੈ ਤਾਂ ਜਦੋਂ ਸੱਜੀ ਬਾਂਹ ਡੈਮੇਜ ਹੋ ਗਈ ਹਸਪੀਟਲ ਵਿੱਚ ਐਡਮਿਟ ਹੋ ਗਿਆ ਲੋਕ ਆਏ ਲੋਕਾਂ ਨੇ ਉਸ ਨੂੰ ਨੈਗੇਟਿਵਿਟੀ ਪੂਰੀ ਤਰ੍ਹਾਂ ਦਿੱਤੀ ਹੁਣ ਤੂੰ ਉਹਦਾ ਜ਼ਿੰਦਗੀ ਦਾ ਕੋਈ ਅਰਥ ਨਹੀਂ ਰਿਹਾ ਹੁਣ ਤੂੰ ਜੀ ਕੇ ਕੀ ਕਰੇਂਗਾ ਤੇਰਾ ਹੱਥ ਤਾਂ ਚਲਾ ਗਿਆ ਪਰ ਉਹ ਦੇਖਦਾ ਪਿਆ ਸੀ ਜੋ ਉਸਦੇ ਕੋਲ ਸੱਜਾ ਹੱਥ ਨਹੀਂ ਸੀ ਡੈਮੇਜ ਹੋ ਗਿਆ ਸੀ ਪਰ ਉਸਦੇ ਕੋਲ ਖੱਬਾ ਹੱਥ ਸੀ ਤਾਂ ਉਸਨੇ ਆਪਣੇ ਖੱਬੇ ਹੱਥ ਨੂੰ ਦੁਨੀਆ ਦਾ ਬੈਸਟ ਸ਼ੂਟਰ ਹੈਂਡ ਬਣਾਉਣ ਦਾ ਨਿਸ਼ਚਾ ਤੇ ਦ੍ਰਿੜਤਾ ਦੇ ਅੰਦਰ ਲੈ ਕੇ ਆਂਦੀ ਬੇਸਮੈਂਟ ਦੇ ਵਿੱਚ ਅਪਰੋਕਸੀਮੇਟਲੀ 4 ਮਹੀਨਿਆਂ ਤੱਕ ਉਸਨੇ ਟ੍ਰੇਨਿੰਗ ਕੀਤੀ ਇਸ ਖੱਬੇ ਹੱਥ ਨੂੰ ਬੈਸਟ ਸ਼ੂਟਰ ਬਣਾਉਣ ਦੇ ਲਈ ਤੇ 4 ਸਾਲ ਬਾਅਦ 올림픽 ਪੋਸਟਪੋਨ ਹੋ ਜਾਂਦੇ ਆ ਫਿਰ ਉਸ ਤੋਂ ਅਗਲੇ 4 ਸਾਲ ਬਾਅਦ 8 ਸਾਲ ਬਾਅਦ ਉਹਦੀ ਏਜ ਵੀ ਵੱਧ ਰਹੀ ਸੀ ਏਜ ਵੀ ਓਵਰ ਹੋ ਰਹੀ ਸੀ ਹੁਣ ਉਹਦਾ ਮੁਕਾਬਲਾ ਜਵਾਨਾਂ ਨਾਲ ਸੀ ਆਪ ਬਜ਼ੁਰਗ ਹੋ ਰਿਹਾ ਸੀ ਪਰ ਫਿਰ ਵੀ ਉਸਨੇ ਹਿੰਮਤ ਨਹੀਂ ਹਾਰੀ ਉਸਨੇ ਕਿਹਾ ਕਿ ਮੈਂ ਜਿੱਤ ਕੇ ਹੀ ਦਿਖਾਊਂਗਾ ਤੇ ਜਦੋਂ ਉਹ ਗੇਮ ਤੇ ਖੇਡਣ ਗਿਆ ਤੇ ਵਾਕਈ ਉਸਨੇ ਖੱਬੇ ਹੱਥ ਦਾ ਜਿਹੜਾ ਇੰਨੀ ਕੁ ਪ੍ਰੈਕਟਿਸ ਕਰ ਲਈ ਸੀ ਉਹ ਸੱਜੇ ਹੱਥ ਨੂੰ ਵੀ ਮਾਤ ਪਾਉਂਦਾ ਤਾਂ ਇੱਥੋਂ ਕੀ ਹੋਇਆ ਉਸਨੇ ਆਪਣੀ ਵੀਕਨੈਸ ਦੇਖੀ ਵੀ ਮੇਰਾ ਹੱਥ ਨਹੀਂ ਕੰਮ ਕਰਦਾ ਤਾਂ ਆਹ ਹੈ ਅਸੀਂ ਵੀ ਕਈ ਵਾਰੀ ਜਦੋਂ ਸਾਨੂੰ ਕੋਈ ਦਰਵਾਜ਼ਾ ਬੰਦ ਹੋ ਜਾਂਦਾ ਐਕਸਰਸਾਈਜ਼ ਦਾ ਅਸੀਂ ਇਸ ਤਰ੍ਹਾਂ ਬਹਿ ਜਾਂਦੇ ਹਾਂ ਵੀ ਕਦੋਂ ਖੁੱਲੇਗਾ ਨਹੀਂ ਉਸ ਦਰਵਾਜ਼ੇ ਦੇ ਨਾਲ ਇੱਕ ਦਰਵਾਜ਼ਾ ਹੋਰ ਵੀ ਹੁੰਦਾ ਜਿਹੜਾ ਉਸੇ ਰਸਤੇ ਨੂੰ ਜਾ ਰਿਹਾ ਹੁੰਦਾ ਪਰ ਅਸੀਂ ਉਸ ਦੂਜੇ ਦਰਵਾਜ਼ੇ ਦੀ ਤਾਂਘ ਵਿੱਚ ਬੈਠੇ ਹਾਂ ਵੀ ਕਦੋਂ ਖੁੱਲੇਗਾ ਤਾਂ ਨੈਕਸਟ ਸਲਾਈਡ ਦੇ ਵਿੱਚ ਆਪਾਂ ਜਿਹੜੀ ਅਗਲੀ ਅਵੇਅਰਨੈਸ ਦੇ ਬਾਰੇ ਗੱਲਬਾਤ ਕਰਦੇ ਹਾਂ ਉਹ ਇਹ ਹੈ ਕਿ ਸੈਲਫ ਅਵੇਅਰਨੈਸ ਆਫ ਮਾਈਂਡ ਨੈਕਸਟ ਸਲਾਈਡ ਜੀ ਸੈਲਫ ਅਵੇਅਰਨੈਸ ਆਫ ਮਾਈਂਡ ਜਿਹਨੂੰ ਆਪਾਂ ਕਹਿੰਦੇ ਹਾਂ ਥੋਟ ਪ੍ਰੋਸੈਸ ਦੇ ਵਿੱਚ ਭਾਸ਼ਾ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ
है अपना मूल पछाण। अगों कहते मन हर जी तेरे नाल है गुरमती रंग मान। मेरे मन रब तेरे नाल है। रब किवें काम करदा है पता है? रब काम करदा है विचारां दे नाल। रब काम करदा है थॉट्स दे नाल। मेरे मन च विचार आया ते मैं काम कर दिता। जिन्नी देर तक तुहाडे मन विच चंगे विचार आ रहे हैं समझ लो तुहाडा मन साफ है। जदों मैं पाठ करन बैठा या कोई ते होर तां ओह मेरा मन की हो गया पोल्यूटेड होया पिया। मेरा मन मैला होया पिया। पातशाह कहंदे मन ਜਿਹੜੀ ਦੂਜਿਆਂ ਨੂੰ ਜਗਾਉਂਦੀ ਹੈ। ਇੱਕ ਜਗਿਆ ਹੋਇਆ ਦੀਵਾ ਕਿੰਨੇ ਬੁਝੇ ਦੀਵਿਆਂ ਨੂੰ ਜਗਾ ਦਿੰਦਾ ਹੈ ਤੇ ਬੁਝਿਆ ਹੋਇਆ ਦੀਵਾ ਨਾ ਆਪ ਜਲਦਾ ਪਿਆ ਹੁੰਦਾ ਤੇ ਨਾ ਕਿਸੇ ਹੋਰ ਨੂੰ ਜਗਾਉਣ ਦੇ ਕਾਬਲ ਹੁੰਦਾ। ਤਾਂ ਪਿਆਰੇ ਵਿਦਿਆਰਥੀਓ ਆਓ ਆਪਾਂ ਉਹ ਦੀਵੇ ਬਣੀਏ ਜਿਨ੍ਹਾਂ ਦਾ ਮੁਕਾਬਲਾ ਹਨੇਰੇ ਨਾਲ ਨਹੀਂ ਹਨੇਰੀਆਂ ਨਾਲ ਵੀ ਹੋ ਜਾਵੇ। ਹਨੇਰੀ ਆਊਗੀ ਸੰਸਾਰ ਦੇ ਵਿੱਚ ਹਨੇਰੀ ਆਊਗੀ। ਕਿਸ ਤਰ੍ਹਾਂ ਦੀ ਆ ਸਕਦੀ ਹੈ? ਅਨਐਮਪਲੋਇਮੈਂਟ ਦੀ ਆ ਸਕਦੀ ਹੈ, ਨਸ਼ੇ ਦੀ ਹਨੇਰੀ ਆ ਸਕਦੀ ਹੈ, ਰਿਲੇਸ਼ਨਸ਼ਿਪ ਦੀ ਹਨੇਰੀ ਆ ਸਕਦੀ ਹੈ, ਬ੍ਰੇਕਅਪ ਦੀ ਹਨੇਰੀ ਆ ਸਕਦੀ ਹੈ ਕਿਸੇ ਤਰ੍ਹਾਂ, ਹਨਾ। ਕੋਈ ਫੇਲੀਅਰ ਹੋ ਸਕਦਾ ਲਾਈਫ ਦੇ ਵਿੱਚ। ਕੋਈ ਗੇਮ ਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਸੀ ਨਹੀਂ ਜਿੱਤ ਪਾਇਆ। ਕੋਈ ਮੈਂ ਪੋਜੀਸ਼ਨ ਹਾਸਲ ਕਰਨਾ ਚਾਹੁੰਦਾ ਸੀ, ਡੈਜ਼ਿਗਨੇਸ਼ਨ ਲੈਣਾ ਚਾਹੁੰਦਾ ਸੀ ਨਹੀਂ ਆ ਪਾਇਆ, ਹਨੇਰੀ ਆ ਗਈ। ਪਰ ਅਸੀਂ ਬੁਝੀਏ ਨਾ। ਵੀਰ ਜੀ ਕੁਐਸਚਨਸ ਆ ਰਹੇ ਆ ਵੀਰ ਜੀ, ਕੁਐਸਚਨਸ ਆ ਰਹੇ। ਸੌਰੀ ਤੁਹਾਨੂੰ ਇੰਟਰਪਟ ਕਰ ਰਿਹਾ। ਕੁਐਸਚਨਸ ਆ ਰਹੇ ਆ ਕੁਝ ਸਟੂਡੈਂਟਸ ਦੇ, ਇਹਨੂੰ ਜਲਦੀ ਸਮ ਅਪ ਕਰ ਲਈਏ ਫਿਰ ਆਪਾਂ ਸਵਾਲ ਲਵਾਂਗੇ ਜੀ 2-3। ਹਾਂਜੀ ਬਿਲਕੁਲ ਜੀ। ਤਾਂ ਆਪਾਂ ਜਿਹੜੇ ਕੁਝ ਪੁਆਇੰਟ ਸੀ, ਵਾਟ ਆਰ ਯੂ ਥਿੰਕਿੰਗ ਆਲ ਦਾ ਟਾਈਮ? ਤੁਸੀਂ ਕੀ ਸੋਚਦੇ ਪਏ ਹੋ ਸਾਰਾ ਦਿਨ ਦੇ ਵਿੱਚ? ਤੁਸੀਂ ਜੋ ਸੋਚਦੇ ਪਏ ਹੋ ਤੁਸੀਂ ਹੋ, ਜੋ ਤੁਸੀਂ ਨਹੀਂ ਸੋਚਦੇ ਪਏ ਤੁਸੀਂ ਨਹੀਂ ਹੋ। ਯੂ ਆਰ ਵਟ ਯੂ ਥਿੰਕ। ਵਿਚ ਟਾਈਪ ਆਫ ਇਨਪੁਟ ਯੂ ਕਲੈਕਟ ਐਂਡ ਕਲੈਕਟਿੰਗ। ਕਿਸ ਤਰ੍ਹਾਂ ਦੀ ਜਾਣਕਾਰੀ ਆਪਾਂ ਇਕੱਠੀ ਕਰਦੇ ਪਏ ਹਾਂ, ਇਹ ਸਾਰਾ ਮੇਰਾ ਮਨ ਬਣ ਜਾਂਦਾ ਹੈ। ਮਨ ਕੀ ਹੈ? ਜੋ ਮੈਂ ਮੰਨ ਲਿਆ ਬਸ। ਜੇ ਤੁਸੀਂ ਮੰਨ ਲਿਆ ਕਿ ਬਿੱਲੀ ਰਸਤਾ ਕੱਟਣ ਤੇ ਤੁਹਾਡਾ ਕੰਮ ਖਰਾਬ ਹੋਏਗਾ ਤਾਂ ਤੁਹਾਡਾ ਕੰਮ ਖਰਾਬ ਹੋ ਜਾਏਗਾ। ਜੇ ਤੁਸੀਂ ਮੰਨ ਲਿਆ ਕਿ ਵੀਰਵਾਰ ਸਿਰ ਧੋਣ ਦੇ ਨਾਲ ਤੁਹਾਡੇ ਤੇ ਉਹ ਮੇਰਾ ਮਨ ਬਣ ਜਾਂਦਾ ਹੈ। ਤਾਂ ਸੈਲਫ ਅਵੇਅਰਨੈਸ ਆਫ ਮਾਈਂਡ ਦੇ ਵਿੱਚ ਆ ਜਾਂਦਾ ਹੈ ਕਿ ਮੇਰੇ ਪਾਪਾ ਨੇ ਜਾਂ ਮੇਰੇ ਹੋਰ ਬਜ਼ੁਰਗਾਂ ਨੇ ਕਥਾ ਕਥੀ ਜੋ ਵੀ ਰਿਚੁਅਲ, ਜੋ ਵੀ ਰੀਤੀ ਰਿਵਾਜ ਸਾਡੇ ਤਾਂ ਵੀ ਇਹਦਾ ਫਾਇਦਾ ਕੀ, ਇਹਦਾ ਨੁਕਸਾਨ ਕੀ ਹੈ, ਹਨਾ। ਤੇ ਜਦੋਂ ਮੈਂ ਦੇਖ ਕੇ ਮੈਂ ਅਵੇਅਰ ਹੋ ਜਾਵਾਂਗਾ ਫਿਰ ਉਹੋ ਜਿਹੇ ਵਿਚਾਰ ਮੈਨੂੰ ਪ੍ਰਭਾਵਿਤ ਨਹੀਂ ਕਰਦੇ। ਇਸ ਨੂੰ ਕਹਿੰਦੇ ਹੈ ਸੈਲਫ ਅਵੇਅਰਨੈਸ ਆਫ ਮਾਈਂਡ। ਅਗਰ ਲਾਸਟ ਸਲਾਈਡ ਜਿਹੜੀ ਹੈ ਸੈਲਫ ਅਵੇਅਰਨੈਸ ਆਫ ਯੂਅਰ ਸੋਲ। ਸੈਲਫ ਅਵੇਅਰਨੈਸ मतलब मेरी आत्मा, मेरी जमीर, मेरा सबकॉन्शियस, मेरा आपा, मेरा अंतरीव, मेरा अंदरला, मेरी जमीर, मेरी आत्मा। पाठ कहते तोही मोही मोही तोही अंतर कैसा कनक कटक जल तरंग जैसा। कहते जिवें सोना सोने तो कड़ा बन गया, गहने बन गए, वो सोना ही रहेगा। जिस तरह पानी है, पानी तो लहरां बन गई, वो पानी ही रहेगा। उस मैं उस परमात्मा दी अंश कहो कबीरे राम की अंश। मैं चाहे कुछ मर्जी बन जावां, मैं बच्चा तां भी रब दा रूप ही है, मैं वड्डा मैं तां भी रब दा रूप ही है, मैं बजुर्ग हो गया तां भी रब दा रूप ही है, मैं मर गया तां भी मैं रब नाल जुड़ गया। तां मैं सब कुछ उस परमात्मा दी है। चल आपां फील करिए रब तो हैगी सैपरेशन, तां ही तां बिगड़ी जांदी साडी ये न्यू जनरेशन। बंद करिए ऐबां वाला, रल के गेट जी दुनिया ਦੇ ਇਸ ਗੋਲੇ ਵਿੱਚ ਵੀ ਅਸੁੱਧ ਦੇਖੀ। ਅਸੀਂ ਗ੍ਰੇਟ ਹੈ, ਅਸੀਂ ਮਹਾਨ ਹੈ ਕਿਉਂਕਿ ਸਾਡਾ ਵਾਹਿਗੁਰੂ, ਸਾਡਾ ਰੱਬ, ਸਾਡਾ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਨ ਹੈ। ਤੇ ਜੋ ਮਹਾਨਤਾ ਵਾਲੇ ਗੁਣ ਉਹਨਾਂ ਵਿੱਚ ਸੀ ਉਹ ਸਾਡੇ ਚ ਆਏ ਹੈ। ਦਾ ਜਿਹੜਾ ਸੋਰਸ ਹੈ ਉਹ ਸਾਡਾ ਸੇਮ ਹੈ। ਅਸੀਂ ਉਸ ਸੁਪਰੀਮ ਪਾਵਰ ਨਾਲੋਂ ਟੁੱਟ ਚੁੱਕੇ ਹਾਂ। ਕਨੈਕਸ਼ਨ ਜਿਹੜਾ ਵਾਹਿਗੁਰੂ ਨਾਲ ਸੀ ਸਾਡਾ ਉਹ ਟੁੱਟ ਗਿਆ। ਅਵੇਅਰਨੈਸ ਦੀ
ਹੁਣ ਤੁਹਾਡੇ ਵਿੱਚੋਂ ਮੈਂ ਦੇਖਾਂਗਾ ਕਿ ਕਿਹੜਾ ਕਿਹੜਾ ਬੱਚਾ ਇਹਨਾਂ 4 ਸਲਾਈਡਾਂ ਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਕੇ ਆਪਣੇ ਅੰਦਰ ਕੁਝ ਚੇਂਜਸ ਲੈ ਕੇ ਆਏਗਾ। ਨੈਕਸਟ ਸਲਾਈਡ ਦੇਖਿਆ ਜੀ ਵੀਰ ਜੀ, ਉਹਦੇ ਵਿੱਚ ਆਏਗਾ ਪਰਸਨੈਲਿਟੀ ਡਿਵੈਲਪਮੈਂਟ। आई थिंक सेल्फ अवेयरनेस ऑफ पर्सनैलिटी डेवलपमेंट कहते अब हम चली ठाकुर पे हार, जब हम शरण प्रभु की आई ताक प्रभु भावे मार। हुण मैनू पता लग गया कि मेरी च स्ट्रेंथ की है। देखो पहला मैनू पता लग गया स्ट्रेंथ की है, मेरी कमजोरियां की है, मैनू पता लग गया कि मैं अपना माइंड मेरा की सोच रहा, किहो जिहे थॉट प्रोसैस नूं लैके आना। चौथे आ गया कि मैनू सोल बारे पता लग गया, मैं परमात्मा का ही आंदा, परमात्मा का ही रूप है, परमात्मा वालों भेजा गया दुनिया के उत्ते। तां ये 4 चीज़ां मैनूं जदों पता लग गईयां, मैं इन्हां चारां नूं एकजुट करके अपनी परसनैलिटी नूं इंप्रूव करांगा। इहनूं कहंदे अब हम चली ठाकुर ते हार। मैं हुण तुर पिया बई, मैनूं ना हुण कोई रोके, ना ही मैनूं कोई पिछों आवाज मारे। बस हुण मैं अपने गुरु दे सन्मुख हो गया। पहला मेरी गुरु वाल पिठ सी, हुण मेरा गुरु वाल मूँह हो गया ते मैं बन गया गुरमुख। इहनूं कहंदे पातशाह नूं वधा लिया, ओगरां नूं घटा लिया। इहनूं पातशाह फिर कहंदे बाणी च कि वैरी तप कीतियां मैं मंगे बंदा। हुण मेरे जिहड़े औगण सी, मेरे डेफिशिएंट पैंदा सी, मम्मी पापा नाल लड़ पैंदा सी, भैन नाल लड़ पैंदा सी, टीचर्स नाल औखा सौखा बोल पैंदा सी, मेरी जिंदगी खराब होई पई सी। हुण मेरी जिंदगी बड़ी वधिया बन गई है। फील करिए आपां लास्ट ते कुछ पॉइंट लिखे हुए मैं लिसन्स टू द वॉइस ऑफ ऑलमाइटी। वाहिगुरु परमात्मा की आवाज में सुनिए। परमात्मा वाहिगुरु अल्लाह गॉड वाहिगुरु श्री गुरु ग्रंथ साहिब जी साडे नाल गल्लां करते ने, असीं उन्हां दी आवाज ओबे द विल ऑफ वाहिगुरु। परमात्मा ने सानूं जिस तरह दा ही दुनिया ते भेजिया है असीं उहनूं मन्नीए। मेरा कद छोटा क्यों है, मेरा रंग काला क्यों है, मेरा नक थोड़ा जिहा लंबा क्यों है, क्योंकि मेरे पेरेंट्स दा सी, मेरे दादा दादी दा सी, मेरे नाना नानी दा सी। मैनू इनहेरिट होया सारे गुण। मैं मान लवां भी जिवें परमात्मा ने मैनू भेजिया मैं सही है। गुलाब का फुल जिवें एक बार बन गया, उन्होंने होर डेकोरेट करांगे तां उहदी ओरिजिनैलिटी खत्म हो जाएगी। तुसीं भी ओरिजिनल हो, डोंट बी फोटोकॉपी, बी ओरिजिनल। ओरिजिनल बन के असीं रवांगे, सैल्फ अवेयर हो जाएंगे। दुनिया की कोई ताकत मैनू नहीं रोक सकती जदों मैं अपने औगणां नूं खत्म करन दा ठान लिया, निश्चा कर लिया ते मैं गुण वधाने शुरू कर दिते। इस लॉकडाउन पीरियड दे विच आओ आपां वध तों वध सैल्फ अवेयर होइए। मैं की बोलदा, मैं की खाना, मैं की सुनदा, मैं की करदा पिया, इहदे फायदे की, इहदे नुकसान की है। मैं अपने घर दे विच स्वर्ग बना के रखना है। मैं आवा तवा नहीं बोलना, हर एक दा आखा मनना है। तो बस फिर जिंदगी खुशहाल बन सकती है, जिंदगी से स्वर्ग आ सकता है। ना उत्ते कोई स्वर्ग है, ना नरक है, ना किसी ने देखा है, ना कोई जाके वापस आया दस पाया। साडे घर ही विच स्वर्ग है, घर ही मैं अमृत। सवाल लड़िए जी एक दो वीर जी। जरूर जी, बस समाप्ति है जी। तो मैं बस यही तुहानूं दसना चाहता सी प्यारे विद्यार्थियों, आओ हुण आपां Q&A सैशन शुरू करदे हां जी। ਵੀਰ ਜੀ ਜਿਹੜਾ ਇੱਕ ਪਹਿਲਾ ਸਵਾਲ ਆਇਆ, 2-3 ਸਟੂਡੈਂਟਸ ਨੇ ਇੱਕੋ ਕੁਐਸਚਨ ਹੀ ਕੀਤਾ ਹੈ ਜੀ। ਵੀਕਨੈਸ ਜਿਹੜੀ ਅਸੀਂ ਮੈਂਟਲੀ ਤੌਰ ਤੇ ਕਹਿੰਦੇ ਅਸੀਂ ਆਪਦੇ ਆਪ ਨੂੰ ਵੀਕ ਮਹਿਸੂਸ ਕਰਦੇ ਹਾਂ। ਕਈ ਵਾਰੀ ਕਿਸੇ ਕਾਰਜ ਨੂੰ ਕਰਨ ਵਾਸਤੇ ਆਪਣਾ ਪੂਰਾ ਨਿਸ਼ਚਾ ਬਣਾ ਲੈਂਦੇ ਹਾਂ ਵੀ ਅਸੀਂ ਇਹਨੂੰ ਕਰਨਾ ਹੈ, ਪਰ ਫਿਰ ਵੀ ਜਦੋਂ ਬਿਲਕੁਲ ਐਂਡ ਪੁਆਇੰਟ ਆਉਂਦਾ ਅਸੀਂ ਬਹੁਤ ਵੀਕਨੈਸ ਮਹਿਸੂਸ ਕਰਦੇ ਹਾਂ। ਉਸ ਚੀਜ਼ ਨੂੰ ਕਿਵੇਂ ਓਵਰਕਮ ਕੀਤਾ ਜਾ ਸਕਦਾ ਹੈ? ਵੀਕਨੈਸ ਨਾਲ ਹਾਂਜੀ, ਅਸਲ ਦੇ ਵਿੱਚ ਉਹ ਵੀਕਨੈਸ ਤਦ ਹੀ ਆਉਂਦੀ ਹੈ ਜਦੋਂ ਸਾਡੇ ਕੋਲ ਲੈਕ ਆਫ ਨੌਲੇਜ ਹੋਵੇ ਉਸ ਚੀਜ਼ ਬਾਰੇ, ਜਾਂ ਲੈਕ ਆਫ ਐਕਸਪੀਰੀਅੰਸ ਹੋਵੇ। ਜੋ ਉਸ ਫੀਲਡ ਦੇ ਵਿੱਚ, ਉਸ ਕੰਮ ਦੇ ਵਿੱਚ ਬੰਦੇ ਮੁਹਾਰਤ ਹਾਸਲ ਕਰ ਚੁੱਕੇ ਹੈ, ਆਪਾਂ ਉਹਨਾਂ ਨਾਲ ਜਾ ਕੇ ਮੀਟਿੰਗ ਅਰੇਂਜ ਕਰੀਏ, ਆਪਾਂ ਉਹਨਾਂ ਤੋਂ ਲੈ ਕੇ ਆਈਏ। ਜਾਂ ਤੁਹਾਡੇ ਅੰਦਰ ਕੋਈ ਨੈਗੇਟਿਵਿਟੀ ਆਵੇ, ਜਾਓ ਕਿਸੇ ਚੜ੍ਹਦੀ ਕਲਾ ਵਾਲੇ ਸਿੰਘ ਨੂੰ ਮਿਲ ਲਿਆਓ। ਤਾਂ ਜਦੋਂ ਚੜ੍ਹਦੀ ਕਲਾ ਵਾਲੇ ਸਿੰਘ ਕੋਲ ਜਾਂਦੇ ਆ, ਜਦੋਂ ਤੁਸੀਂ ਕੋਈ ਨਿਸ਼ਚਾ ਕਰ ਲਿਆ ਤਾਂ ਉਹ ਜਿਹੜਾ ਕੰਮ ਆਲਰੇਡੀ ਕੋਈ ਪਰਸਨ ਕਰ ਚੁੱਕਿਆ ਉਸ ਨੂੰ ਪਤਾ ਕਰੀਏ ਵੀ ਕੌਣ। ਤੇ ਜੇ ਫਿਰ ਵੀ ਸਾਡਾ ਨਹੀਂ ਆ ਰਿਹਾ ਤਾਂ ਸਭ ਕੁਛ ਆਪਾਂ ਡੈਡੀਕੇਟ ਕਰ ਸਕਦੇ ਹਾਂ ਉਸ ਪਰਮਾਤਮਾ ਅੱਗੇ ਅਰਦਾਸ ਕਰਕੇ ਤੁਰੀਏ, ਅਰਜ਼ੋਈ ਕਰਕੇ ਤੁਰੀਏ। ਜਿਵੇਂ ਪਹਿਲਾਂ ਕਿਹਾ ਸੀ ਅਬ ਹਮ ਚਲੀ ਠਾਕੁਰ ਤੇ ਹਾਰ। ਵੀ ਜਦੋਂ ਮੈਂ ਆ ਹੀ ਗਿਆ ਪ੍ਰਭੂ ਤੇਰੀ ਸ਼ਰਨ ਦੇ ਵਿੱਚ, ਹੁਣ ਉਹ ਕੰਮ ਤੇਰਾ ਨਹੀਂ ਰਹਿ ਗਿਆ। ਆਪਾਂ ਕਹਿ ਸਕਦੇ ਹਾਂ ਵੀ ਮੇਰਾ ਨਹੀਂ ਰਹਿ ਗਿਆ ਕੰਮ, ਉਹ ਪਰਮਾਤਮਾ ਦਾ ਰਹਿ
हाँ जी, वाहिगुरू जी का खालसा वाहिगुरू जी की फतेह। माफी चाहते हैं जी, थोड़ा जिहा नैट की कनैक्टिविटी करके जिहड़ा है ਅੱਜ बहुत सारी दिक्कत ਜਿਹੜੀ ਆ ਰਹੀ ਸੀ ਵਿਚਕਾਰ, ਕਈ ਵਾਰੀ ਆਵਾਜ਼ ਬੰਦ ਹੋ ਰਹੀ ਸੀਗੀ। ਤੇ ਸਵਾਲ ਜਿਹੜਾ ਹੈ ਧੰਨਵਾਦ ਕਰਦਾ ਰਮਨਦੀਪ ਸਿੰਘ ਜੀ ਦਾ, ਬੜੇ ਸੁਚੱਜੇ ਢੰਗ ਨਾਲ ਜਿਹੜਾ ਹੈ ਜਨਰਲੀ ਜੇ ਆਪਾਂ ਗੱਲ ਕਰੀਏ, ਅਸੀਂ ਜੇ ਗੱਲ ਕਰਨੀ ਹੁੰਦੀ ਹੈ ਸੈਲਫ ਅਵੇਅਰਨੈਸ ਦੀ ਜਾਂ ਪਰਸਨੈਲਿਟੀ ਡਿਵੈਲਪਮੈਂਟ ਦੀ, ਆਪਾਂ ਜਨਰਲ ਗੱਲ ਕਰਦੇ ਹਾਂ, ਪਰ ਉਹਨਾਂ ਨੇ ਬੜੇ ਸੋਹਣੇ ਢੰਗ ਨਾਲ ਗੁਰਬਾਣੀ ਦੇ ਆਧਾਰ ਤੇ ਜਿਹੜੀ ਇਹ ਗੱਲ ਕੀਤੀ ਤੇ ਉਸ ਸਵਾਲਾਂ ਦਾ ਜਵਾਬ ਵੀ ਦੇ ਰਹੇ ਸਨ। ਇੱਕ ਬੱਚੇ ਦਾ ਹੋਰ ਸਵਾਲ ਸੀਗਾ ਕਿ ਵੀ ਜੇ ਅਸੀਂ ਸੈਲਫ ਅਵੇਅਰ ਹੋ ਵੀ ਜਾਈਏ ਤੇ ਆਪਣੀ ਵੀਕਨੈਸ ਨੂੰ ਕਿੱਦਾਂ ਓਵਰਕਮ ਕਰਾਂਗੇ। ਦੇਖੋ ਬੱਚੇ, ਜਿਹੜੀ ਗੱਲ ਪਹਿਲੀ ਹੈ ਕਿ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਸਾਡੇ ਅੰਦਰ ਇਹ ਵੀਕਨੈਸ ਹੈ, ਸਾਡੇ ਕੋਲ ਇਹ ਬਿਮਾਰੀ ਹੈ, ਤੇ ਅਸੀਂ ਉਹਦਾ ਇਲਾਜ ਕਰ ਸਕਦੇ ਹਾਂ। ਜੇ ਅਸੀਂ ਸਾਨੂੰ ਮੰਨ ਲਓ ਜਿੱਦਾਂ ਬੁਖਾਰ ਹੁੰਦਾ ਬਾਰ-ਬਾਰ, ਤੇ ਆਪਾਂ ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਟੈਸਟ ਲਿਖ ਕੇ ਦਿੰਦਾ ਹੈ, ਟੈਸਟ ਤੋਂ ਪਤਾ ਲੱਗ ਜਾਂਦਾ ਵੀ ਸਾਨੂੰ ਮਲੇਰੀਆ ਹੋਇਆ, ਡੇਂਗੂ ਹੋਇਆ ਜਾਂ ਟਾਈਫਾਇਡ ਹੋਇਆ, ਉਹ ਉਸ ਹਿਸਾਬ ਸੇ ਸਾਨੂੰ ਦਵਾਈ ਜਿਹੜੀ ਹੈ ਉਹ ਦਿੰਦਾ ਹੈ ਤੇ ਅਸੀਂ ਠੀਕ ਹੋ ਜਾਂਦੇ ਹਾਂ। ਇਸੇ ਤਰੀਕੇ ਨਾਲ ਜਦੋਂ ਸਾਨੂੰ ਆਪਣੀ ਵੀਕਨੈਸ ਦਾ ਪਤਾ ਲੱਗ ਗਿਆ ਕਿ ਬਈ ਇਹ ਸਾਡੀ ਵੀਕਨੈਸ ਹੈ ਤੇ ਅਸੀਂ ਇਹਦਾ ਇਲਾਜ ਕਰਨਾ ਹੈ, ਇਲਾਜ ਅਸੀਂ ਕਿੱਦਾਂ ਕਰ ਸਕਦੇ ਹਾਂ। ਜੇ ਤੇ ਅਸੀਂ ਸਾਨੂੰ ਆਪ ਸਮਝ ਲੱਗ ਜਾਵੇ ਤੇ ਅਸੀਂ ਇਲਾਜ ਦਾ ਆਪ ਵੀ ਕਰ ਸਕਦੇ ਹਾਂ, ਨਹੀਂ ਤੇ ਨਾਲ ਲੈ ਕੇ ਕਿਸੇ ਐਕਸਪੀਰੀਅੰਸ ਬੰਦੇ ਕੋਲੋਂ ਜਾਂ ਜਿਹੜਾ ਉਸ ਚੀਜ਼ ਦਾ ਫੀਲਡ ਦਾ ਐਕਸਪਰਟ ਹੈ, ਅਸੀਂ ਉਹਦੇ ਕੋਲ ਜਾ ਕੇ ਡਿਸਕਸ ਕਰ ਸਕਦੇ ਹਾਂ, ਉਹ ਤੋਂ ਸੁਜੈਸ਼ਨ ਲੈ ਸਕਦੇ ਹਾਂ ਤੇ ਆਪਾਂ ਕਾਉਂਸਲਿੰਗ ਵੀ ਲੈ ਸਕਦੇ ਹਾਂ ਇਸ ਬਾਰੇ। ਤੇ ਐਦਾਂ ਜਿਹੜਾ ਹੈ ਆਪਾਂ ਆਪਣੀ ਵੀਕਨੈਸ ਨੂੰ ਓਵਰਕਮ ਕਰ ਸਕਦੇ ਹਾਂ। ਜਿਹਨੇ ਕਹਿ ਰਹੇ ਸੀ ਜਬ ਹਮ ਚਲੀ ਠਾਕੁਰ ਪੇ ਹਾਰ, ਜਦੋਂ ਪਰਮਾਤਮਾ ਦੇ ਅੱਗੇ ਆਪਾਂ ਰਜੋਈ ਕਰਕੇ ਬੈਠ ਜਾਵਾਂਗੇ ਤੇ ਉਹ ਆਪੇ ਰਾਹ ਲੱਭ ਦੇਣਗੇ ਤੇ ਆਪੇ ਜਿਹੜਾ ਹੈ ਗੱਲ ਚੱਲੇਗੀ। ਤੇ ਧੰਨਵਾਦ ਹੈ ਸਰਦਾਰ ਰਮਨਦੀਪ ਸਿੰਘ ਜੀ ਦਾ। ਇੱਕ ਹੋਰ ਸਵਾਲ ਹੈ ਜੀ, ਐਜ਼ ਵੀ ਨੋ ਡੈਟ ਵੀ ਆਰ ਅਵੇਅਰ ਇਨ ਮਾਰਨਿੰਗ ਬਟ ਆਰ ਵੀ ਅਵੇਅਰ ਐਟ ਨਾਈਟ ਵਾਈਲ ਸਲੀਪਿੰਗ, ਇਫ ਯੈਸ then how are we aware? ਜਿਹੜਾ ਬੜਾ ਵਧੀਆ ਸਵਾਲ ਜਿਹੜਾ ਹੈ ਬੱਚੇ ਨੇ ਡੂੰਘਾ ਸਵਾਲ ਕੀਤਾ ਹੈ ਕਿ ਅਸੀਂ ਕਹਿੰਦੇ ਨੇ ਕਿ ਵੀ ਜਾਗਦੇ ਹੋਇਆ ਚੇਤਨ ਚਿੱਤ ਜਿਹੜਾ ਹੈ ਅਸੀਂ ਅਵੇਅਰ ਹੁੰਦੇ ਆ, ਕਿ ਸੁੱਤੇ ਸਿੱਧ ਵੀ ਆਪਾਂ ਅਵੇਅਰ ਹੁੰਦੇ ਆ। ਬੜਾ ਡੂੰਘਾ ਸਵਾਲ ਹੈ ਜੀ, ਸੁੱਤੇ ਸਿੱਧ ਵੀ ਕਿੱਦਾਂ ਜਿਹੜਾ ਹੈ ਅਵੇਅਰ ਹੋ ਸਕਦੇ ਆ। ਹਾਂ, ਆਪਾਂ ਅਵੇਅਰ ਹੋ ਸਕਦੇ ਆ। ਸਾਨੂੰ ਜਿਹੜਾ ਜਦੋਂ ਆਪਾਂ ਖਿਆਲ 'ਚ ਜਾਂਦੇ ਆ ਤੇ ਉਹਦਾ ਜਿਹੜਾ ਇੱਕ ਤਰੀਕਾ ਜਿਹੜਾ ਹੈ, ਅਸੀਂ ਜੇ ਰਾਤ ਨੂੰ ਸੌਣ ਵੇਲੇ ਸੋਹਿਲਾ ਸਾਹਿਬ ਜੀ ਦਾ ਪਾਠ ਕਰੀਏ ਤੇ ਸਿਮਰਨ ਕਰਦੇ ਆ, ਆਪਾਂ ਸੋ ਜਾਈਏ ਤੇ ਸਾਡੀ ਚਿੱਤ ਜਿਹੜੀ ਹੈ ਉਹ ਵਾਹਿਗੁਰੂ ਨਾਲ ਜੁੜੀ ਰਹਿੰਦੀ ਹੈ, ਆਪਾਂ ਉਹਦੇ 'ਚ ਅਵੇਅਰ ਰਹਿੰਦੇ ਆ, ਸਾਡੀ ਗੱਲ ਧਿਆਨ ਨਾਲ ਰਹਿੰਦੀ ਹੈ। ਤੇ ਏਦਾਂ ਜੀ। ਹੋਰ ਕਿਸੇ ਦਾ ਸਵਾਲ ਤਾਂ ਨਹੀਂ ਹੈ ਜੀ? How can we develop our personality? ਬੱਚੇ ਦਾ ਸਵਾਲ ਹੈ ਜੀ, ਹਾਊ ਕੈਨ ਵੀ ਡਿਵੈਲਪ ਆਵਰ ਪਰਸਨੈਲਿਟੀ, ਵਿੱਚ ਸਾਰੀ ਜਿਹੜੀ ਹੈ ਡਿਸਕਸ਼ਨ ਦੇ ਵਿਚਕਾਰ ਵੀ ਜਿਹਨੇ ਤਕਰੀਬਨ 40 ਮਿੰਟ ਲਗਾਏ ਨੇ, ਉਹ ਸਾਰੀ ਪਰਸਨੈਲਿਟੀ ਨੂੰ ਡਿਵੈਲਪਮੈਂਟ ਦੀ ਕਰਨ ਦੀ ਗੱਲ ਕੀਤੀ ਹੈ। ਜੇ ਤੁਸੀਂ ਧਿਆਨ ਨਾਲ ਸੁਣਿਆ ਤੇ ਸਾਡਾ ਜਿਹੜਾ ਫੇਸਬੁੱਕ ਪੇਜ ਹੈ GGSC ਹਰਿਆਣਾ ਦਾ, ਉਹਦੇ ਤੇ ਵੀਡੀਓ ਰਿਕਾਰਡਿੰਗ ਪਈ ਹੋਈ ਹੈ, ਤੁਸੀਂ ਤੇ ਦੁਬਾਰਾ ਜਾ ਕੇ ਕੋਈ ਵੀਡੀਓ ਸੁਣੋ ਤੇ ਤੁਹਾਨੂੰ ਜਿਹੜਾ ਹੈ ਸਾਰੀ ਇਸ ਬਾਰੇ ਜਿਹੜਾ ਹੈ ਪਤਾ ਲੱਗ ਜਾਏਗਾ ਕਿ ਵੀ ਕਿੱਦਾਂ ਆਪਣੀ ਪਰਸਨੈਲਿਟੀ ਨੂੰ ਆਪਾਂ ਐਨਹਾਂਸ ਕਰਨਾ ਹੈ। 4 ਤਰੀਕੇ ਵੀਰ ਜੀ ਨੇ ਦੱਸੇ ਸੀ ਹੁਣੇ, ਤੇ ਉਹ 4 ਤਰੀਕਿਆਂ ਨੂੰ ਆਪਾਂ ਜੇ ਆਪਾਂ ਧਿਆਨ ਕਰਾਂਗੇ ਤੇ ਫਿਰ ਜਿਹੜਾ ਹੈ ਗੱਲ ਬਣੇਗੀ। ਇੱਕ ਹੋਰ ਸਵਾਲ ਹੈ ਜੀ ਕਿ ਸਾਨੂੰ ਅਵੇਅਰਨੈਸ ਸਟੱਡੀ ਵਿੱਚ ਕੀ ਕਰਨਾ ਚਾਹੀਦਾ ਹੈ। ਦੇਖੋ, ਸਟੱਡੀ ਤਾਂ ਸੈਲਫ ਐਨਾਲਿਸਿਸ ਹੈ, ਸਾਰਾ ਆਪਾਂ ਚਿੰਨਣ ਦੀ ਗੱਲ ਹੈ। ਜਦੋਂ ਆਪਾਂ ਸੈਲਫ ਐਨਾਲਿਸਿਸ ਕਰਾਂਗੇ ਤੇ ਫਿਰ ਸਾਨੂੰ ਅਵੇਅਰਨੈਸ, ਅਸੀਂ ਆਪਣੇ ਬਾਰੇ ਸੋਚਣਾ ਸ਼ੁਰੂ ਕਰਾਂਗੇ। ਜਿਵੇਂ ਜੀ ਗੱਲ ਕਰ ਰਹੇ ਸੀ ਵੀ ਆਪਾਂ ਆਪਣੇ ਬਾਰੇ ਗੱਲਾਂ ਕਰਨਾ ਸ਼ੁਰੂ ਕਰੀਏ, ਕਿ ਆਪਣੇ ਬਾਰੇ ਸੋਚਣਾ ਸ਼ੁਰੂ ਕਰੀਏ ਕਿ ਮੈਂ ਕੀ ਕਰਦਾ। ਜਦੋਂ ਮੈਂ ਤੇ ਗੱਲ ਆ ਜਾਏਗੀ, ਅਸੀਂ ਦੂਜਿਆਂ ਨੂੰ ਛੱਡ ਕੇ ਅਸੀਂ ਆਪਣੇ ਤੇ ਆ ਜਾਵਾਂਗੇ। ਇਹ ਨਾਲ ਸਾਨੂੰ ਸੈਲਫ ਅਵੇਅਰਨੈਸ ਹੀ ਹੋਏਗੀ ਤੇ ਫਿਰ ਜਿਹੜਾ ਹੈ ਆਪਾਂ ਅੱਗੇ ਗੱਲ ਚੱਲ ਜਾਏਗੀ। ਬਹੁਤ ਸਾਰੇ ਕੋਲ ਸਮਾਂ ਜਿਹੜਾ ਹੈ, ਹਾਊ ਸ਼ੁਡ ਵੀ ਮੇਕ ਆਵਰਸੈਲਫ ਅਵੇਅਰ ਆਫ ਫॉर ਫਿਊਚਰ ਡ੍ਰੀਮਸ। ਬਿਲਕੁਲ ਜੀ, ਇਹ ਸਾਨੂੰ ਬੜੇ ਪਲਾਨਡ ਵੇ ਨਾਲ ਚੱਲਣਾ ਪਏਗਾ ਕਿ ਸਾਡੇ ਜਿਹੜੇ ਡ੍ਰੀਮਸ ਦੇ ਗੱਲ, ਜਿਹੜੇ ਇਹਦੇ 2 ਚੀਜ਼ਾਂ ਨੇ, ਇੱਕ ਹੁੰਦਾ ਡ੍ਰੀਮ ਤੇ ਦੂਜਾ ਹੈਗਾ ਗੋਲ। ਇਹ ਸਾਨੂੰ ਜਿਹੜਾ ਸੋਚਣਾ ਪਏਗਾ, ਧਿਆਨ ਰੱਖਣਾ ਪਏਗਾ। ਬੱਚਿਓ, ਡ੍ਰੀਮ ਇੱਕ ਹੁੰਦਾ ਹੈ ਕਿ ਬਈ ਜਦੋਂ ਅਸੀਂ ਕਿਸੇ ਨੂੰ ਕੁਝ ਕੰਮ ਕਰਦੇ ਦੇਖਦੇ ਆ, ਠੀਕ ਹੈ ਨਾ, ਕਿਸੇ ਨੂੰ ਅਸੀਂ ਵੱਡੀ ਆਡੀ ਕਾਰ ਤੇ ਜਾਂਦੇ ਦੇਖ ਲਿਆ, ਅਸੀਂ ਡ੍ਰੀਮ ਕਰ ਲਿਆ ਵੀ ਮੇਰੇ ਕੋਲ ਵੀ ਆਡੀ ਕਾਰ ਹੋਣੀ ਚਾਹੀਦੀ ਹੈ, ਠੀਕ ਹੈ। ਇੱਕ ਪਰ ਅਸੀਂ ਉਹ ਥੋੜੇ ਦਿਨਾਂ 'ਚ ਆਪਾਂ ਉਹਨੂੰ ਭੁੱਲ ਜਾਂਦੇ ਆ, ਉਹਦੇ ਲਈ ਕੋਈ ਆਪਾਂ ਜਿਹੜਾ ਹੈ ਕੋਈ ਐਫਰਟ ਨਹੀਂ ਕਰਦੇ, ਕੋਈ ਜੋਰ ਨਹੀਂ ਲਾਉਂਦੇ, ਕੋਈ ਪਲੈਨਿੰਗ ਨਹੀਂ ਕਰਦੇ। ਇੱਕ ਹੁੰਦਾ ਗੋਲ, ਜਦੋਂ ਆਪਾਂ ਆਪਣਾ ਲਾਈਫ ਦਾ ਸੈੱਟ ਗੋਲ ਕਰ ਲੈਂਦੇ ਆ ਕਿ ਮੈਂ ਇੰਜੀਨੀਅਰ ਬਣਨਾ ਹੈ ਜਾਂ ਡਾਕਟਰ ਬਣਨਾ ਹੈ,
ਤੇ ਉਹਦੇ ਉੱਤੇ ਆਪਾਂ ਪਲਾਨਡ ਵੇ ਦੇ ਨਾਲ ਜਿਹੜਾ ਆਪਾਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ, ਵਰਕਿੰਗ ਸ਼ੁਰੂ ਕਰਦੇ ਆ, ਸਟੈਪ ਬਾਈ ਸਟੈਪ ਵਰਕਿੰਗਸ ਕਰਦੇ ਆ, ਤੇ ਉਹ ਸਾਡੇ ਫਿਰ ਗੋਲ ਜਿਹੜਾ ਹੈ ਉਹ ਅਚੀਵ ਹੁੰਦੇ ਨੇ। ਜੇ ਸੁਪਨਾ ਜਿਹੜਾ ਅਸੀਂ ਸਿਰਫ ਲੈ ਲਾਂਗੇ, ਦੇਖ ਲਾਂਗੇ, ਸੋਚ ਲਾਂਗੇ ਹਾਂ ਮੈਂ ਵੀ ਪ੍ਰਧਾਨ ਮੰਤਰੀ ਬਣਨਾ, ਮੈਂ ਵੀ ਰਾਸ਼ਟਰਪਤੀ ਬਣਨਾ, ਉਹ ਨਾਲ ਗੱਲ ਨਹੀਂ ਬਣਨੀ। ਖਾਲੀ ਡ੍ਰੀਮ ਨੂੰ ਸਾਨੂੰ ਗੋਲਸ ਦੇ ਵਿਚਕਾਰ ਜਿਹੜਾ ਹੈ ਉਹ ਕਨਵਰਟ ਕਰਨਾ ਪਏਗਾ। ਠੀਕ ਹੈ ਜੀ। क्वेश्चन है कि we have lot of thoughts in our mind during the whole day. How can we control our mind to catch only positive thoughts and note the negative ones? ਤਾਂ ਬੜਾ ਵਧੀਆ ਸਵਾਲ ਹੈ ਜੀ। ਪੋਜ਼ਿਟਿਵ ਤੇ ਨੈਗੇਟਿਵਿਟੀ ਦੀ ਗੱਲ ਹੈ। ਦੇਖੋ ਉਹ ਚ ਇੱਕ ਤੇ ਜਿਹੜਾ ਹੈ ਸਾਡੀ ਨਾ ਸੰਗਤ ਦਾ ਅਸਰ ਹੁੰਦਾ ਹੈ। ਜੇ ਅਸੀਂ ਪੋਜ਼ਿਟਿਵ ਸੰਗਤ ਰੱਖਾਂਗੇ ਤੇ ਸਾਡੇ ਮਨ ਚ ਪੋਜ਼ਿਟਿਵ ਵਿਚਾਰ ਆਣਗੇ, ਜੇ ਨੈਗੇਟਿਵ ਰੱਖਾਂਗੇ ਤੇ ਨੈਗੇਟਿਵ ਵਿਚਾਰ ਆਣਗੇ। ਬੜੇ ਸਾਰੇ ਜਿਹੜਾ ਹੈ ਮਨ ਦੇ ਅੰਦਰ ਦਾ ਸਵਾਲ ਸਾਰਾ ਦਿਨ ਚੱਲਦੇ ਨੇ, ਥਾਊਜ਼ੈਂਡ ਨਹੀਂ ਲੈਕਸ ਆਫ ਜਿਹੜੇ ਨੇ ਸਾਡੇ ਮਨ ਦੇ ਥਾਟਸ ਦਿਨ ਵਿੱਚ ਆਉਂਦੇ ਨੇ, ਲੈਕਸ ਆਫ ਥਾਟਸ। ਐਵਰੀ ਸੈਕਿੰਡ ਦੇयर इज ਅ ਨਿਊ ਥਾਟ। ਬੜੇ ਸਾਰੇ ਪੋਜ਼ਿਟਿਵ ਵੀ ਹੁੰਦੇ ਨੇ ਤੇ ਬੜੇ ਸਾਰੇ ਜਿਹੜਾ ਹੈ ਉਹਦੇ ਚ ਨੈਗੇਟਿਵ ਥਾਟਸ ਵੀ ਹੁੰਦੇ ਨੇ। ਸਾਨੂੰ ਜਿਹੜਾ ਹੈ ਇਹਦੇ ਵਿਚਕਾਰ ਨਾ ਪੋਜ਼ਿਟਿਵਿਟੀ ਨਾਲ ਚੱਲਣਾ ਪਏਗਾ। ਗੁਰਬਾਣੀ ਦਾ ਜਿਹੜਾ ਹੈ ਓਟ ਆਸਾ ਜੋ ਲੈ ਕੇ ਚੱਲਾਂਗੇ ਤੇ ਉਹ ਸਾਡੇ ਥਾਟਸ ਪੋਜ਼ਿਟਿਵ ਰਹਿਣਗੇ। ਆਪਾਂ ਉਹਨਾਂ ਨਾਲ ਚੱਲੀਏ, ਉਹਨਾਂ ਤੇ ਵਰਕਿੰਗ ਕਰੀਏ। ਜਿਹੜੀ ਗੱਲ ਕਰਦੇ ਨਾ ਆਪਾਂ ਚੜ੍ਹਦੀ ਕਲਾ, ਚੜ੍ਹਦੀ ਕਲਾ ਸਾਰੇ ਜਾਣਦੇ ਹਨ ਜੀ। ਤੇ ਚੜ੍ਹਦੀ ਕਲਾ ਕਵਾਂਗੇ, ਚੜ੍ਹਦੀ ਕਲਾ ਹੋਏਗੀ। ਤੇ ਚੜ੍ਹਦੀ ਕਲਾ ਲਈ ਆਪਾਂ ਜਦੋਂ ਅਸੀਂ ਵਰਕ ਕਰਾਂਗੇ, ਐਫਰਟਸ ਕਰਾਂਗੇ ਤੇ ਆਟੋਮੈਟਿਕਲੀ ਜਿਹੜਾ ਹੈ ਆਪਾਂ ਪੋਜ਼ਿਟਿਵ, ਹਾਂ ਮੈਂ ਕਰ ਸਕਦਾ ਹਾਂ। ਠੀਕ ਹੈ ਨਾ ਜੀ। ਜੇ ਸਾਨੂੰ ਕਿਤੇ ਵੀ ਨੈਗੇਟਿਵ ਥਾਟਸ ਮਨ ਦੇ ਵਿਚਕਾਰ ਆ ਜਾਂਦੇ ਨੇ, ਉਸ ਨੂੰ ਪੋਜ਼ਿਟਿਵ ਚ ਕਨਵਰਟ ਕਰਨਾ ਹੈ ਕਿ ਮੇਰੇ ਮਨ ਚ ਆ ਗਿਆ ਜੀ ਮੈਂ ਤਾਂ ਐਗਜ਼ਾਮ ਕ੍ਰੈਕ ਹੀ ਨਹੀਂ ਕਰ ਸਕਦਾ। ਮੈਂ ਐਗਜ਼ਾਮ ਸਟੂਡੈਂਟਸ ਦੀ ਗੱਲ ਕਰ ਲੈਣਾ ਤੇ ਉਹਦੇ ਤੁਸੀਂ ਅਸੀਂ ਕਰ ਸਕਦੇ ਹਾਂ। ਆਪਾਂ ਰੋਜ਼ ਸਵੇਰੇ ਉੱਠ ਕੇ ਨਾ ਸ਼ੀਸ਼ੇ ਅੱਗੇ ਖੜੇ ਹੋ ਜਾਈਏ ਤੇ ਆਪਾਂ ਗੱਲ ਕਰੀਏ, ਹਾਂ ਮੈਂ ਜੇਈ ਮੇਨਸ ਕ੍ਰੈਕ ਕਰ ਸਕਦਾ, ਮੈਂ ਜੇਈ ਐਡਵਾਂਸ ਕ੍ਰੈਕ ਕਰ ਸਕਦਾ, ਮੈਂ ਕਰ ਸਕਦਾ, ਮੇਰੇ ਲਈ ਪੇਪਰ ਕੁਝ ਵੀ ਨਹੀਂ। ਆਪਾਂ ਪੋਜ਼ਿਟਿਵ ਗੱਲਾਂ ਜਿਹੜੀਆਂ ਨਾ ਆਪਣੇ ਆਪ ਨਾਲ ਕਰੀਏ। ਜਦੋਂ ਆਪਾਂ ਪੋਜ਼ਿਟਿਵ ਗੱਲਾਂ ਆਪਣੇ ਆਪ ਕਰਾਂਗੇ, ਮਨ ਦੇ ਵਿਚਕਾਰ ਸਾਡੇ ਆਪਣੇ ਆਪ ਪੋਜ਼ਿਟਿਵ ਥੋਟਸ ਆਣਗੇ। ਫਿਰ ਉਸ ਨੂੰ ਆਪਾਂ ਓਵਰਕਮ ਕਰਨ ਲਈ, ਸਾਨੂੰ ਆਪਣੀ ਵੀਕਨੈਸ ਪਤਾ ਲੱਗੀ ਵੀ ਇੱਥੇ ਵੀਕਨੈਸ ਹੈ, ਉਹਨੂੰ ਓਵਰਕਮ ਲਈ ਜਦੋਂ ਅਸੀਂ ਵਰਕ ਕਰਾਂਗੇ ਉਹ ਸਾਨੂੰ ਜਿਹੜੀ ਗੱਲ ਆ ਜਾਏਗੀ ਜੀ। ਹੋਰ ਬੜੇ ਸੇ ਕੁਐਸਚਨ ਨੇ ਬੱਚਿਆਂ ਦੇ ਕਿ ਸਾਨੂੰ ਗ੍ਰੈਜੂਏਸ਼ਨ ਦੀ ਪੜ੍ਹਾਈ ਤੋਂ ਬਾਅਦ 10+2 ਤੱਕ ਦੀ ਪੜ੍ਹਾਈ ਭੁੱਲਣੀ ਨਹੀਂ ਚਾਹੀਦੀ ਕਿਉਂਕਿ ਇਹ ਸਾਨੂੰ ਅੱਗੇ ਤੱਕ ਮਦਦ ਕਰਦੀ ਹੈ। ਬਿਲਕੁਲ ਠੀਕ ਹੈ ਜੀ। ਪੜ੍ਹਾਈ ਜਿਹੜੀ ਹੈ ਸਾਰੀ ਹਮੇਸ਼ਾ ਲਾਈਫ ਲੌਂਗ ਕੰਮ ਕਰਦੀ ਹੈ। ਜਿਹੜੇ ਆਪਾਂ ਛੋਟੀਆਂ ਕਲਾਸਾਂ ਦੇ ਵਿਚਕਾਰ ਫਾਰਮੂਲਾ ਯਾਦ ਕਰਦੇ ਆ ਜਾਂ ਥਿਓਰਮਸ ਯਾਦ ਕਰਦੇ ਆ, ਉਹ ਸਾਰੀ ਲਾਈਫ ਜਿਹੜੀਆਂ ਕੰਮ ਕਰ ਦਿੰਦੇ ਆ। ਇੱਕ ਹੋਰ ਬੱਚੇ ਦਾ ਕੁਐਸਚਨ ਹੈ, if we do full hard work but sometimes we are not able to get a fruitful result, then how we should react in such a situation? ਤੇ ਜੋ ਕਹਿੰਦੇ ਨੇ ਵੀ ਕਰਮ ਕਰੇ ਜਾਓ, ਫਲ ਦੀ ਇੱਛਾ ਨਾ ਰੱਖੋ। ਠੀਕ ਹੈ। ਪਰ ਜੋ ਗੁਰਬਾਣੀ ਵੀ ਕਹਿੰਦੀ ਹੈ ਕਿ ਜਿਹੜਾ ਅਸੀਂ ਘਾਲਣਾ ਘਾਲਦੇ ਆ ਨਾ, ਕਿ ਉਸ ਕਹਿੰਦੇ ਗੁਰਬਾਣੀ ਮੈਨੂੰ ਪੂਰੀ ਤੁਕ ਨਹੀਂ ਯਾਦ ਆ ਰਹੀ ਵੀ ਇੱਕ ਤਿਲ ਵੀ ਨਾ ਗਵਾਇਆ ਜੋ। ਜਿਹੜੀ ਸੇਵਾ ਕਰਦੇ ਆ ਜਾਂ ਸਿਮਰਨ ਕਰਦੇ ਆ, ਜੋ ਵੀ ਅਸੀਂ ਕੰਮ ਕਰਦੇ ਆ, ਇੱਕ ਤਿਲ ਜਿੰਨਾ ਵੀ ਕਰਦੇ ਆ ਉਹਦੀ ਵੀ ਵਿਅਰਥ ਜਿਹੜੀ ਹੈ ਉਹ ਕਿਤੇ ਨਹੀਂ ਜਾਂਦੀ। ਹੋ ਸਕਦਾ ਸਾਡੇ ਲਈ ਰੱਬ ਨੇ ਕੋਈ ਚੰਗਾ ਜਾਂ ਉਸ ਤੋਂ ਹੋਰ ਵਧੀਆ ਸੋਚਿਆ ਹੋਵੇ, ਆਪਾਂ ਉਸ ਵੱਲ ਧਿਆਨ ਦਈਏ, ਉਹ ਸਾਨੂੰ ਜਿਹੜਾ ਹੈ ਹੋਰ ਵਧੀਆ ਕਿਤੇ ਨਾ ਕਿਤੇ ਚੰਗਾ ਮਿਲੇਗਾ। ਜ਼ਰੂਰੀ ਨਹੀਂ ਕਿ ਵੀ ਆਪਾਂ ਰਿਜ਼ਲਟ ਜੋ ਅੱਜ ਕੰਮ ਕੀਤਾ ਉਹਦੇ ਰਿਜ਼ਲਟ ਸਾਨੂੰ ਹੁਣ ਫਰੂਟ ਹੁਣੇ ਮਿਲ ਜਾਏਗਾ। ਇੱਕ ਪੇੜ ਦਾ ਜਿਹੜਾ ਅੰਬ ਦਾ ਪੇੜ ਹੁੰਦਾ ਹੈ, ਅਸੀਂ ਪੇੜ ਲਾਉਂਦੇ ਆ ਤੇ ਕਿੰਨੇ ਸਾਲ ਜਿਹੜਾ ਹੈ ਉਹ ਪੇੜ ਨੂੰ ਆਪਾਂ ਪਾਣੀ ਦਿੰਦੇ ਆ, ਉਹਦੀ ਗੋਡੀ ਕਰਦੇ ਆ, ਉਹਦੀ ਰੱਖਿਆ ਕਰਦੇ ਆ, ਕਿੰਨੇ ਸਾਲ ਬਾਅਦ ਜਾ ਕੇ ਵੀ ਸਾਨੂੰ ਤੋਂ ਅੰਬ ਲੱਭਦੇ ਨੇ। ਤੇ ਕਈ ਵਾਰੀ ਫਰੂਟ ਜਿਹੜਾ ਉਹਦਾ ਰਿਜ਼ਲਟ ਨਾਲ ਦੀ ਨਾਲ ਨਹੀਂ ਮਿਲਦਾ, ਪਰ ਬਾਅਦ ਦੇ ਵਿਚਕਾਰ ਸਾਨੂੰ ਐਕਸਪੀਰੀਅੰਸ ਬਹੁਤ ਸਾਰਾ ਵਿੱਚੋਂ ਮਿਲ ਜਾਂਦਾ ਹੈ ਜਿਹੜਾ ਕਿ ਸਾਨੂੰ ਬਾਅਦ ਦੀ ਲਾਈਫ ਦੇ ਵਿਚਕਾਰ ਹੈਲਪ ਹੋ ਜਾਂਦਾ ਜੀ। ਅਗਲਾ ਸਵਾਲ ਆ ਗਿਆ, +2 ਵਿੱਚ ਮਿਊਜ਼ਿਕ ਰੱਖਣ ਨਾਲ ਅਸੀਂ ਅੱਗੇ ਕੀ ਕਰ ਸਕਦੇ ਹਾਂ? ਬੱਚੇ ਜਿਹੜਾ ਹੈ ਸਵਾਲ ਤੁਹਾਡਾ ਆਪਾਂ ਸਾਡਾ ਕੈਰੀਅਰ ਕਾਉਂਸਲਿੰਗ ਦਾ ਹੈ, ਆਪਾਂ ਅੱਗੇ ਦੱਸ ਸਕਦੇ ਹਾਂ। ਅੱਗੇ ਬੜੀਆਂ ਸਾਰੀਆਂ, ਵੈਸੇ ਤਾਂ ਮੈਂ ਹੁਣ ਦੱਸ ਦਵਾਂ BA ਮਿਊਜ਼ਿਕ ਵਿੱਚ ਵੀ ਹੈ, MA ਮਿਊਜ਼ਿਕ ਵਿੱਚ ਆ ਰਹੀ ਹੈਗੀਆਂ, ਬਹੁਤ ਸਾਰੇ ਕੋਰਸਿਸ ਆ ਗਏ ਨੇ। ਆਪਾਂ ਇਹਨਾਂ ਦੀ ਗੱਲ ਤਾਂ ਯਾਦ ਰੱਖ ਲੈਂਦੇ ਹਾਂ, ਆਪਾਂ ਤੁਹਾਨੂੰ ਅੱਗੇ ਇਸ ਗੱਲ ਦੀ ਹੋਰ ਡਿਟੇਲ ਵਿੱਚ ਕਰ ਦੇਵਾਂਗੇ। ਅਗਲਾ ਕੁਐਸਚਨ ਹੈ ਜੀ, whenever we try to do meditation, mind goes here and there, we cannot focus on Simran, so how to ignore them? ਮੈਨੂੰ ਜਿਹੜੀ ਹੈ ਨਾ ਇਹ ਗੱਲ ਯਾਦ ਆ ਗਈ, ਯਾਨੀ ਸੰਤ ਸਿੰਘ ਜੀ ਮਸਕੀਨ ਜੀ, ਉਹ ਕਥਾ 'ਚ ਬੜੀ ਵਾਰ ਕਹਿੰਦੇ ਸੀ। ਉਹਨਾਂ ਨੂੰ ਇਹ ਸਵਾਲ ਬੜਿਆਂ ਨੇ ਪੁੱਛਿਆ ਕਿ ਪਾਠ ਕਰਦੇ ਆ, ਸਿਮਰਨ ਕਰਦੇ ਆ, ਮਨ ਟਿਕਦਾ ਨਹੀਂ, ਮਨ ਅੱਗੇ ਪਿੱਛੇ ਦੌੜਦਾ, ਮਨ 'ਚ ਬੜੇ ਸਾਰੇ ਫੁਰਨੇ ਆਉਂਦੇ ਨੇ ਜਿਹੜੇ ਜਾਂਦੇ ਨੇ ਜਗ੍ਹਾ ਜਗ੍ਹਾ ਤੇ।
ਤੇ ਮਸਕੀਨ ਜੀ ਜਿਹੜੇ ਜਵਾਬ ਦਿੰਦੇ ਸੀ, ਕਹਿੰਦੇ ਜੀ ਜੇ ਮਨ ਟਿਕ ਜਾਂਦਾ ਹੋਏ ਤੇ ਫਿਰ ਪਾਠ ਕਰਨ ਤੇ ਸਿਮਰਨ ਕਰਨ ਦੀ ਲੋੜ ਹੀ ਨਹੀਂ ਪੈਂਦੀ। ਮਨ ਨੂੰ ਟਿਕਾ ਲਿਆਉਣ ਲਈ ਫੁਰਨਿਆਂ ਨੂੰ ਜਿਹੜਾ ਹੈ ਉਹ ਕੇਂਦਰਿਤ ਕਰਕੇ ਵਾਹਿਗੁਰੂ ਨਾਲ ਧਿਆਨ ਜੋੜਨ ਲਈ ਇਸ ਲਈ ਅਸੀਂ ਆਪਾਂ ਸਿਮਰਨ ਕਰਨਾ ਹੈ। ਇਹ ਪ੍ਰੈਕਟਿਸ ਕਰਨੀ ਪਏਗੀ ਬੱਚੇ। ਸਾਡੀਆਂ ਜਿਹੜੀਆਂ ਕੰਸੈਂਟਰੇਸ਼ਨ ਜਿਹੜੀਆਂ ਨੇ ਉਹ ਇਹਦੇ ਤੇ ਕਰਨੀਆਂ ਪੈਣਗੀਆਂ। ਮੈਂ ਮੈਡੀਟੇਸ਼ਨ ਵਿੱਚ ਜਿਹੜਾ ਹੈ ਬਹੁਤਾ ਉਹ ਨਹੀਂ ਹੈਗਾ ਕਿ ਜਿਹੜੀ ਮੈਂ ਕੋਈ ਇਹਦੇ ਨਾਲ ਜ਼ਿਆਦਾ ਐਕਸਪੀਰੀਅੰਸ ਗੱਲ ਸਕਾਂ। ਇੱਕ ਜਨਰਲ ਜਿਹੜੀ ਗੱਲ ਹੈ ਉਹ ਇਹੀ ਹੈ ਕਿ ਆਪਾਂ ਆਪਣੇ ਧਿਆਨ ਜਿਹੜੇ ਫੁਰਨੇ ਨੇ, ਆਪਾਂ ਪੋਜ਼ਿਟਿਵ ਲੋਕਾਂ ਨਾਲ ਰਹੀਏ, ਪੋਜ਼ਿਟਿਵ ਗੱਲਾਂ ਸੋਚੀਏ ਤੇ ਚੰਗੇ ਕੰਮ ਕਰੀਏ। ਜਦੋਂ ਸਾਡੀ ਲਾਈਫ ਇਦਾਂ ਹੋਏਗੀ ਨਾ ਤੇ ਸਾਡੀ ਫਿਰ ਥਾਟਸ ਕੰਸੈਂਟਰੇਸ਼ਨ ਜਦੋਂ ਆਪਾਂ ਸਿਮਰਨ ਕਰਨ ਲਈ ਬੈਠਾਂਗੇ। ਹਾਂ, ਇਹ ਗੱਲ ਜ਼ਰੂਰ ਮੈਂ ਕਹਿ ਸਕਦਾ ਕਿ ਜੇ ਆਪਾਂ ਜੇ ਅੰਮ੍ਰਿਤ ਵੇਲਾ ਸੰਭਾਲਾਂਗੇ, ਪੈਰ ਰਹਿੰਦੇ ਉੱਠ ਕੇ ਸਿਮਰਨ ਕਰਾਂਗੇ ਤੇ ਮਸਕੀਨ ਜੀ ਇਹ ਵੀ ਗੱਲ ਕਰਦੇ ਹੁੰਦੇ ਸਨ ਕਿ ਬਈ ਜੇ ਦੁਨੀਆ ਦਾ ਤੂੰ ਬਾਦਸ਼ਾਹ ਬਣਨਾ ਚਾਹੁੰਦਾ ਹੈ ਤੇ ਰਹਿੰਦੇ ਪੈਰ ਰਾਤ ਦਾ ਜਿਹੜਾ ਹੈਗਾ ਅੰਮ੍ਰਿਤ ਵੇਲਾ, ਉਸ ਵੇਲੇ ਤੂੰ ਵਾਹਿਗੁਰੂ ਦੇ ਦਰ ਦਾ ਭਿਖਾਰੀ ਬਣ ਜਾ। ਜੇ ਅੰਮ੍ਰਿਤ ਵੇਲਾ ਆਪਾਂ ਸਾਂਭ ਕੇ ਸਿਮਰਨ ਸ਼ੁਰੂ ਕਰ ਦਾਂਗੇ ਤੇ ਦੁਨੀਆ ਦੇ ਆਪਾਂ ਜਿਹੜਾ ਹੈ ਬਾਦਸ਼ਾਹ ਜਿਹੜਾ ਹੈ ਬਣ ਸਕਾਂਗੇ। ਹੋਰ ਕੁਐਸਚਨ ਆਪਾਂ ਸਮਾਂ ਰਹਿੰਦੇ ਬਾਅਦ ਚ ਕਰ ਲਵਾਂਗੇ। ਹੁਣ ਜਿਹੜੀਆਂ ਦੋ ਚੀਜ਼ਾਂ ਜਿਹੜੀਆਂ ਆਪਾਂ ਸਾਡੀਆਂ ਰਹਿੰਦੀਆਂ ਨੇ, ਟਾਈਮ ਸਾਡਾ ਖਤਮ ਹੋਣ ਵਾਲਾ ਹੈ, ਆਪਾਂ 2-2 ਮਿੰਟ ਦੀਆਂ ਗੱਲ ਜਿਹੜੀ ਹੈ ਕਰ ਲਾਂਗੇ। ਤੇ ਸਭ ਤੋਂ ਪਹਿਲਾਂ ਜਿਹੜਾ ਹੈ ਗੱਤਕੇ ਦੀ ਜਿਹੜੀ ਕੱਲ ਆਪਾਂ ਸਿਖਲਾਈ ਕੀਤੀ ਸੀ, ਵੀਡੀਓਜ਼ ਮੈਂ ਖਿਆਲ ਸ਼ਾਇਦ ਕਿਸੇ ਨੇ ਭੇਜੀਆਂ ਨੇ ਜਾਂ ਨਹੀਂ ਭੇਜੀਆਂ, ਮੇਰੇ ਕੋਲ ਆਈ ਨਹੀਂ ਰਿਪੋਰਟ। ਗੱਤਕੇ ਦਾ ਜਿਹੜਾ ਹੈ ਪੈਂਤਰਾ ਅਸੀਂ ਅੱਗੇ ਤਾਂ ਸਿਖਾਵਾਂਗੇ ਕਿ ਗੱਤਕਾ ਅੱਗੇ ਵੀ ਕਿੱਦਾਂ ਕਰ ਸਕਦੇ ਹਾਂ। ਸੈਲਫ ਡਿਫੈਂਸ ਜਿੱਥੇ ਬॉयਜ਼ ਲਈ ਜ਼ਰੂਰੀ ਹੈ ਉੱਥੇ ਗਰਲਜ਼ ਲਈ ਬੜਾ ਜ਼ਰੂਰੀ ਹੈ। ਨਾਲ ਸਿੱਖ ਕੌਮ ਦੀ ਮਾਰਸ਼ਲ ਆਰਟ ਹੈ, ਸਾਡੀ ਵਿਰਾਸਤ ਹੈ, ਅਸੀਂ ਜ਼ਰੂਰ ਅਪਣਾਈਏ। ਜੇ ਸਾਡੇ ਨੇੜੇ ਤੇੜੇ ਕੋਈ ਗੱਤਕਾ ਸਿਖਲਾਈ ਵਾਲੇ ਨੇ ਜ਼ਰੂਰ ਸਿੱਖੀਏ, ਨਹੀਂ ਤੇ ਅਸੀਂ ਤੁਹਾਨੂੰ ਉੱਥੇ ਕੁਝ ਵੀਡੀਓਜ਼ ਦਿਖਾ ਰਹੇ ਹਾਂ, ਉੱਥੋਂ ਦੇਖ ਕੇ ਤੁਸੀਂ ਸਿੱਖ ਸਕਦੇ ਹੋ। ਅੱਜ ਵੀ ਜੀ ਮੈਂ ਟੈਕਨੀਕਲ ਟੀਮ ਨੂੰ ਆਪਣੀ ਰਿਕੁਐਸਟ ਕਰਾਂਗਾ ਕਿ ਗੱਤਕਾ ਚਲਾਉਣ ਦੀ। ਇਸ ਐਪੀਸੋਡ ਵਿੱਚ ਅਸੀਂ ਮੋਰਨੀ ਪੈਂਤਰੇ ਬਾਰੇ ਤੇ ਛਾਲ ਬਾਰੇ ਸਿੱਖਾਂਗੇ ਕਿ ਅਸੀਂ ਛਾਲ ਕਿਸ ਤਰ੍ਹਾਂ ਮਾਰਦੇ ਹਾਂ। ਧੰਨਵਾਦ। ਹੁਣ ਅਸੀਂ ਕਰਾਂਗੇ ਮੋਰਨੀ ਪੈਂਤੜਾ। ਮੋਰਨੀ ਪੈਂਤੜਾ ਕਰਨ ਸਮੇਂ ਅਸੀਂ ਇੱਕ ਪੈਰ ਤੇ 2 ਵਾਰ ਜੰਪ ਕਰਨਾ ਹੈ। 2 ਵਾਰ ਜੰਪ ਸੱਜੇ ਪੈਰ ਅਤੇ 2 ਵਾਰ ਹੀ ਖੱਬੇ ਪੈਰ ਉੱਤੇ ਜੰਪ ਕਰਨਾ ਹੈ। ਇਸੇ ਤਰ੍ਹਾਂ ਲਗਾਤਾਰ ਅਭਿਆਸ ਕਰਨਾ ਹੈ। ਫਿਰ ਪੈਰਾਂ ਤੇ ਜੰਪ ਕਰਦੇ ਹੋਏ ਦੋਨਾਂ ਹੱਥਾਂ ਨੂੰ ਉੱਪਰ ਵੱਲ ਨੂੰ ਖੋਲਣਾ ਹੈ। ਫਿਰ ਮੋਰਨੀ ਪੈਂਤੜਾ ਕਰਦੇ ਹੋਏ ਅੱਗੇ ਵੱਲ ਨੂੰ ਤੁਰਨਾ ਹੈ ਤੇ ਹੱਥਾਂ ਨੂੰ ਉੱਪਰ ਵੱਲ ਖੋਲਦੇ ਹੋਏ ਹੈ ਤਾਂ ਜੋ ਪੈਂਤੜਾ ਸਹੀ ਢੰਗ ਨਾਲ ਹੋ ਸਕੇ। ਅਭਿਆਸ ਦੌਰਾਨ ਸਾਡੇ ਐਕਸਪਰਟ ਬੱਚਿਆਂ ਨੂੰ ਬੜੀ ਬਰੀਕੀ ਦੇ ਨਾਲ ਮੋਰਨੀ ਪੈਂਤੜੇ ਬਾਰੇ ਜਾਣਕਾਰੀ ਦੇ ਰਹੇ ਹਨ ਤਾਂ ਜੋ ਪੈਂਤੜਾ ਬਿਲਕੁਲ ਸਹੀ ਹੋ ਸਕੇ। ਹੁਣ ਅਸੀਂ ਛਾਲ ਬਾਰੇ ਜਾਣਾਂਗੇ ਕਿ ਛਾਲ ਕਿਸ ਤਰ੍ਹਾਂ ਮਾਰਨੀ ਹੈ। ਸੱਜੇ ਪੈਂਤੜੇ ਵਿੱਚ ਖੜੇ ਹੋ ਕੇ ਸੱਜਾ ਹੱਥ ਅੱਗੇ ਅਤੇ ਖੱਬਾ ਹੱਥ ਪਿੱਛੇ ਰੱਖ ਕੇ ਸਰੀਰ ਨੂੰ ਖੱਬੇ ਪਾਸੇ ਵੱਲ ਘੁਮਾ ਕੇ ਜੰਪ ਕਰਨਾ ਹੈ ਅਤੇ ਫਿਰ ਪੈਂਤੜੇ ਵਿੱਚ ਖੜੇ ਹੋ ਕੇ ਇਸ ਛਾਲ ਦਾ ਅਭਿਆਸ ਲਗਾਤਾਰ 3 ਵਾਰ ਕਰਨਾ ਹੈ। ਆਪ ਜੀ ਇਸ ਵੀਡੀਓ ਦੇ ਜ਼ਰੀਏ ਬਹੁਤ ਹੀ ਆਸਾਨੀ ਦੇ ਨਾਲ ਛਾਲ ਦਾ ਅਭਿਆਸ ਕਰ ਲੋਗੇ। ਕੋਈ ਵੀ ਉਮਰ ਦਾ ਵਿਅਕਤੀ ਇਸ ਤਰ੍ਹਾਂ ਦੇ ਅਭਿਆਸ ਦੇ ਨਾਲ ਬੜੀ ਆਸਾਨੀ ਦੇ ਨਾਲ ਗੱਤਕਾ ਸਿੱਖ ਸਕਦਾ ਹੈ। ਸਾਡੇ ਐਕਸਪਰਟ ਬੜੀ ਬਰੀਕੀ ਦੇ ਨਾਲ ਬੱਚਿਆਂ ਨੂੰ ਛਾਲ ਬਾਰੇ ਜਾਣਕਾਰੀ ਦੇ ਰਹੇ ਹਨ ਕਿ ਛਾਲ ਕਿਸ ਤਰ੍ਹਾਂ ਮਾਰਨੀ ਹੈ। ਬੋਡੀ ਦਾ ਪਰਫੈਕਸ਼ਨ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਬੱਚੇ ਬਹੁਤ ਹੀ ਵਧੀਆ ਤਰੀਕੇ ਨਾਲ ਛਾਲ ਮਾਰ ਰਹੇ ਹਨ ਅਤੇ ਪੈਂਤੜੇ ਵਿੱਚ
ਖੜੇ ਹੋ ਰਹੇ ਹਨ। ਇਸ ਐਪੀਸੋਡ ਵਿੱਚ ਅਸੀਂ ਮੋਰਨੀ ਪੈਂਤਰੀ ਬਾਰੇ ਸਿੱਖਿਆ ਤੇ ਅਸੀਂ ਛਾਲ ਕਿਸ ਤਰ੍ਹਾਂ ਮਾਰਦੇ ਹਾਂ ਉਸ ਬਾਰੇ ਸਿੱਖਿਆ। ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਐਪੀਸੋਡ ਪਸੰਦ ਆਇਆ ਹੋਵੇਗਾ। ਮਿਲਦੇ ਅਗਲੇ ਐਪੀਸੋਡ ਦੇ ਨਾਲ। ਧੰਨਵਾਦ। ਤੇ ਕੱਲ ਜਿਹੜਾ ਆਪਾਂ ਸਿੱਖਿਆ ਸੀ ਕ੍ਰੋਸ ਪੈਂਤਰਾ, ਜਦੋਂ ਕਾਟਾ ਕ੍ਰੋਸ ਮਾਰ ਕੇ ਆਪਾਂ 1 2 3 4 ਲਿਖ ਕੇ ਜਿਹੜਾ ਹੈ ਪਹਿਲਾ ਪੈਂਤਰਾ ਕੀਤਾ ਸੀਗਾ। ਅੱਜ ਇਹਨਾਂ ਨੇ ਜਿਹੜਾ ਹੈ ਮੋਰਨੀ ਪੈਂਤਰਾ ਦੀ ਗੱਲ ਕੀਤੀ ਹੈ ਤੇ ਛਾਲ ਦੀ ਗੱਲ ਕੀਤੀ ਹੈ। ਅਸੀਂ ਅੱਗੇ ਹੌਲੀ ਹੌਲੀ ਥੋੜਾ ਏਦਾਂ ਚੱਲਾਂਗੇ ਤੇ ਲਾਸਟ ਸਾਡਾ ਵਿਸ਼ਾ ਜਿਹੜਾ ਅੱਜ ਦਾ ਰਹਿ ਗਿਆ ਕੈਰੀਅਰ ਟਾਕ, ਕਿਉਂਕਿ ਬੱਚੇ ਨੇ ਸਾਰੇ ਆਪਣੇ ਕੈਰੀਅਰ ਬਾਰੇ ਜਾਣਨਾ ਚਾਹੁੰਦੇ ਨੇ। ਅੱਜ ਜਿਹੜੀ ਸਾਡੀ ਟੌਪਿਕ ਹੈ ਕਿ 10+2 ਤੋਂ ਬਾਅਦ ਸਾਡੇ ਕੋਲ ਕਿਹੜੀਆਂ ਆਪਸ਼ਨ ਅਵੇਲੇਬਲ ਨੇ। ਬੀਬੀ ਗੁਰਮੀਤ ਕੌਰ ਜੀ ਕੈਰੀਅਰ ਸਾਈਕੋਲੋਜਿਸਟ ਨੇ ਜਿਹੜਾ ਹੈ ਤੇ ਗੁਰੂ ਗੋਬਿੰਦ ਸਿੰਘ ਸਰਕਲ ਹਰਿਆਣਾ ਸਟੇਟ ਦੇ ਸਟੇਟ ਸਕੱਤਰ ਵੀ ਨੇ। ਉਹ ਜਿਹੜਾ ਆਪਣੇ ਵਿਚਾਰ ਸਿਰਫ 5 ਮਿੰਟ ਲਈ ਆਪਾਂ ਕਰਾਂਗੇ। ਤੇ ਬੱਚਿਆਂ ਨੂੰ ਮੈਂ ਬੇਨਤੀ ਕਰ ਦੇਵਾਂ ਕਿ ਆਪਣੀ ਜਿਹੜੀ ਅਸਾਈਨਮੈਂਟ ਜਿਹੜੀ ਹੈ ਤੁਹਾਨੂੰ ਜ਼ਰੂਰ ਜਿਹੜਾ ਅਸੀਂ ਕਰਿਓ। ਹੁਣ ਤੁਹਾਡੀਆਂ ਦੋਨੋਂ ਅਸਾਈਨਮੈਂਟ ਪੈਂਦੀ ਹੈ ਵੀ ਇਕੱਠੀ ਚਾਹੇ ਬੇਸਿਕ ਵੀਡੀਓ ਬਣਾ ਲਓ ਆਪਣੀ ਗੱਤਕੇ ਵਾਲੀ, ਤੁਹਾਨੂੰ ਜਿਹੜੀ ਹੈ ਹੈਲਪ ਆਊਟ ਕਰੇਗੀ। ਹੁਣ मैं बेनती करांगा कि जो है कैरियर टॉक जी की जाए। हेलो फ्रेंड्स, आज की मेरी वीडियो आप लोगों के लिए है जिनको बहुत ज़्यादा कंफ्यूजन रहती है +2 के बाद कि हम अब क्या करें। तो +2 अपने आप में एक माइलस्टोन है जो हर स्टूडेंट जो स्कूल ज्वाइन करता है उसके दिमाग में होता है कि बस यहाँ तक पहुँचना है। बट +2 के बाद जब उसे एक्सपोजर मिलता है कि अब आगे जाना और क्या करना है, तो उस वक्त बहुत ज़्यादा बड़ी कंफ्यूजन होती है कि अब हम आगे क्या करें। तो ये वीडियो आपके लिए स्टूडेंट्स की जिनको ये कंफ्यूजन से क्या कर सकते हैं। तो बेसिकली क्या होता है कि इस टाइम के ऊपर हम किसी और को देख रहे होते हैं कि मेरे चाचा जी के बेटे वो सीए है और बचपन से लेकर के अब तक कि मुझे सीए ही करना है, और उस हिसाब से बच्चे अपना स्ट्रीम भी चूज कर लेते हैं। या फिर मेरे बुआ जी का लड़का जो डॉक्टर है उसके ऊपर मतलब उसके जो कोठी है, जो उसका घर है, जो उसकी कार है, मतलब कि हमें भी जाके आके डॉक्टर ही बनना है। बट अब मतलब आपको एक चीज जरूर देखनी है कि क्या आप उस स्ट्रीम के लिए बने, बैठा हुआ है कि नहीं। इंटरेस्ट तो आपका बन गया, आपने जैसे ही उनकी इमेज के बारे में सोचा, आपने उनका लाइफस्टाइल देखा, आपने उनका वर्किंग अंदर बन गई कि हाँ हमें ऐसा बनना है। एटीट्यूड और क्या आपकी पर्सनालिटी भी वैसी है या नहीं। और अगर हम सक्सेस की बात करें तो सक्सेस कौन से फील्ड में नहीं है। अगर हम पैसे की बात करें या हम शोहरत की बात करें तो वो कौन सी चीज है, कौन सा ऐसा करियर है जिसमें आप मुझे बता दीजिए कि जहाँ पे सक्सेस नहीं मिलती है। मतलब अगर आप में वो स्किल्स हैं, अगर आप मेहनत करने के लिए तैयार हैं, अगर आप किसी काम में भी अपना डेडिकेशन और परसिस्टेंस दे सकते हैं, तो माय डियर फ्रेंड्स हर फील्ड अपने आप में दी बेस्ट है, हर स्ट्रीम अपने आप में दी बेस्ट है। बार बार मैं अपनी वीडियोस में ये बात बार बार कहती हूँ और मतलब ये प्रूफ भी है कि कोई भी आप स्टूडेंट्स का देख सकते हैं कि जिनके पास ज्यादा चाहे वो रिच थे या नहीं थे, चाहे उनका फाइनेंशियल बैकग्राउंड कैसा था या उनके पास कितना एकेडमिक नॉलेज कितना था, बट फिर भी आपको बहुत सारी स्टोरीज ऐसे मिल जाएंगी जो आज सक्सेस स्टोरीज हैं। तो वो कैसे सक्सेस हुई, बेसिकली क्योंकि उनका जो अपना नैक है, जो उनके अपने एट्रीब्यूट्स हैं, उन्होंने अपने काम के साथ मैच करके और उसमें अपना 100% डेडिकेशन जो है वो दे दिया। यूजुअली +2 के बाद एक प्रोफेशनली अलाइन होना चाहते हैं, जैसे कई स्टूडेंट सीए बनना चाहते हैं, कई बच्चे सीएस करना चाहते हैं या डॉक्टर करना चाहते हैं, इंजीनियर करना। में जाने से पहले आप मेरी जो इनके ऊपर स्पेशलाइज्ड वीडियोस बनी है वो जरूर देख लीजिए ताकि आपको पता चले कि आप उस स्ट्रीम के लिए बने हैं या नहीं। बट अगर हम बात करते हैं कि कॉमर्स की, मेडिकल, नॉन मेडिकल या फिर ह्यूमैनिटीज, ये सारी स्ट्रीम्स अपने आप में ऐसी है कि जो अपने आप में आपको सक्सेस करें। क्या होता है कई बच्चे जो +2 के बाद अपना स्ट्रीम चेंज करते हैं, जैसे मेडिकल या नॉन मेडिकल वाले स्टूडेंट को लगता है कि मेडिकल नॉन मेडिकल थोड़ा टफ हो रहा है तो वो मैथ्स की जगह बायो वाले जो मेडिकल वाले स्टूडेंट होते हैं उनको लगता है कि ये नहीं हम नहीं कर पाएंगे, तो वो जो है कॉमर्स या ह्यूमैनिटीज की तरफ शिफ्ट हो जाते हैं।
अभी जो ये गाड़ी है माय डियर फ्रेंड्स, जहाँ भी आपने 2 साल तो अपने आप पे एक्सपेरिमेंट कर लिया, पर अभी जिस ट्रेन पे आप बैठने जा रहे हैं वो आपकी जिंदगी की ट्रेन है, जो आने वाले 3 से 5 साल है, आप उसी में ही, यहाँ से कोई बैक ट्रैक नहीं है। तो ये जो डिसीजन है अभी आपकी लाइफ का कि +2 के बाद क्या, ये इतना इम्पोर्टेंट डिसीजन है कि जो आपकी पूरी लाइफ का एक स्टेटस चेंज करके रख सकता है। हम कितना काम करते हैं अपने व्हाट्सएप स्टेटस के लिए, इंस्टा पोस्ट के लिए, छोटी छोटी एक पोस्ट के हाँ जी, वाहिगुरू जी का खालसा जी फतेह। माफी चाहते हैं जी, कुछ जड़ा है नेट की स्पीड करके जी अज बड़ी वाइब्रेट कर रही है, कनैक्शन अनस्टेबल हो रहा है बार बार, उस करके जड़ा है दिक्कत आ रही है। ਜਿਹੜੇ ਬੱਚੇ ਜਿਹੜੇ कैरियर ਦੀ वीडियो देखना चाहते ने, साडा गुरमीत कौर ਦਾ एक चैनल है मम्मी पापा की पाठशाला YouTube ਦੇ ਉੱਤੇ, ठीक है जी, ਉਹਦੇ ਚ ਹੋਰ ਬੜੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ, ਤੁਸੀਂ ਨੋਟ ਕਰ ਲਓ। YouTube ਤੇ ਚੈਨਲ ਹੈ ਮੰਮੀ ਪਾਪਾ की पाठशाला, ਉੱਥੇ ਸਰਚ ਕਰੋਗੇ, ਉੱਥੇ ਨਾਲ ਦੀ ਹੋਰ ਬੜੀਆਂ ਤੁਹਾਨੂੰ ਵੀਡੀਓਜ਼ ਵੀ ਮਿਲ ਜਾਣਗੀਆਂ, ਤੁਸੀਂ ਉੱਥੇ ਜਾ ਕੇ ਅੱਜ ਸੁਣ ਸਕਦੇ ਹੋ। ਤੁਹਾਡੇ ਜਿਹੜੇ ਕੁਐਸਚਨਸ ਹੋਣਗੇ ਆਪਾਂ ਕੱਲ ਕਰ ਲਾਂਗੇ। ਸਮਾਂ ਬਹੁਤ ਹੋ ਗਿਆ, ਹੁਣ ਮੈਂ ਬੇਨਤੀ ਕਰਾਂਗਾ ਭੈਣ ਜੀ ਪਰਮਜੀਤ ਕੌਰ ਜੀ ਨੂੰ ਕਿ ਉਹ ਸਾਰਿਆਂ ਦਾ ਜਿਹੜਾ ਹੈ ਧੰਨਵਾਦ ਕਰਨ ਤੇ ਜਿਹੜਾ ਹੈ ਆਪਾਂ ਫਿਰ ਅੱਜ ਦੀ ਜਿਹੜੀ ਹੈ ਸਮਾਪਤੀ ਕਰਾਂਗੇ। ਭੈਣ ਜੀ ਪਰਮਜੀਤ ਕੌਰ ਜੀ ਉਹ ਅਨਮਿਊਟ ਕਰ ਲੈਣ ਜੀ ਆਪਣੇ ਆਪ ਨੂੰ ਤੇ ਇੱਕ ਵਾਰ ਸਾਰਿਆਂ ਦਾ ਜਿਹੜਾ ਹੈ ਉਹ ਧੰਨਵਾਦ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਵੀਰ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਆਸ ਕਰ ਜਿਵੇਂ ਭੈਣ ਜੀ ਹਰਦੀਪ ਕੌਰ ਨੇ ਸਾਨੂੰ ਦੱਸਿਆ ਹੈ ਕਿ ਮਨ ਦਾ ਮੂਲ ਕੀ ਚਾਹੀਦਾ, ਲੰਬੀ ਚਾਹੀਦਾ, ਤੇ ਪਰਸਨੈਲਿਟੀ ਡਿਵੈਲਪਮੈਂਟ ਬਾਰੇ ਸਿੱਖਿਆ, ਸੈਲਫ ਅਵੇਅਰਨੈਸ ਬਾਰੇ ਕਿ ਸਾਨੂੰ ਆਪਣੇ ਗੁਣਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ ਤੇ ਅਵਗੁਣਾਂ ਦੀ ਵੀ ਆਪਣੀ ਵੀਕਨੈਸ ਦੇਖਣੀ ਚਾਹੀਦੀ ਹੈ, ਤੇ ਵੀਕਨੈਸ ਨੂੰ ਅਸੀਂ ਕਿੱਦਾਂ ਦੂਰ ਕਰਨਾ ਹੈ ਇਹ ਵੀ ਅਸੀਂ ਦੇਖਣਾ ਹੈ। ਤੇ ਆਪਣੇ ਮਨ ਨੂੰ, ਜਿੱਦਾਂ ਉਹਨਾਂ ਨੇ ਕਿਹਾ ਕਿ ਜੋ ਅਸੀਂ ਆਪਣੇ ਮਨ ਨੂੰ ਮੰਨ ਲਵਾਂਗੇ ਉਹੀ ਸਾਡਾ ਮਨ ਹੈ। ਇਸੇ ਕਾਰਨ ਜੇ ਅਸੀਂ ਆਪਣੇ ਮਨ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਾਂਗੇ ਕਿ ਯੈਸ ਆਈ ਕੈਨ ਡੂ, ਹੈ ਨਾ, ਤੇ ਅਸੀਂ ਉਸ ਚੀਜ਼ ਨੂੰ ਆਰਾਮ ਨਾਲ ਕਰ ਸਕਾਂਗੇ। ਤੇ ਇੱਕ ਸੈਲਫ ਅਵੇਅਰਨੈਸ ਆਫ ਸੋਲ ਬਾਰੇ ਕਿ ਆਪਣੇ ਆਪ ਨੂੰ ਵਾਹਿਗੁਰੂ ਜੀ ਦੇ ਭਾਣੇ ਵਿੱਚ ਰੱਖਣਾ ਹੈ ਤੇ ਉਸ ਆਤਮਾ ਨੂੰ ਵਾਹਿਗੁਰੂ ਦੀ ਆਤਮਾ ਸਮਝ ਕੇ ਵਾਹਿਗੁਰੂ ਨੂੰ ਅਨਸੰਗ ਸਮਝਣਾ ਹੈ। ਤੇ ਹੋਰ ਸਾਨੂੰ ਇਹਦੇ ਵਿੱਚ ਗੱਤਕੇ ਬਾਰੇ ਦੱਸਿਆ ਤੇ ਅੱਜ ਥੋੜਾ ਜਿਹਾ ਇਹਦੇ ਚ ਕਨਫਿਊਜ਼ਨ ਸੀ ਤੇ ਕੀ ਨਾਮ ਹੈ ਉਹਦੇ ਬਾਰੇ ਦੱਸਿਆ ਹੈ ਕਿ ਕੈਰੀਅਰ ਬਾਰੇ, ਕੈਰੀਅਰ ਟਾਕ ਬਾਰੇ ਸਾਨੂੰ ਦੱਸਿਆ ਗਿਆ ਹੈ ਤੇ ਇਦਾਂ ਇਸ ਤਰ੍ਹਾਂ ਸਾਨੂੰ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਿਆ। ਤੇ ਇੱਕ ਬੇਨਤੀ ਹੈ ਕਿ ਸਾਰੇ ਆਪਣੀ ਕਾਪੀ ਪੈਨ ਜ਼ਰੂਰ ਰੱਖਣ ਤੇ ਆਪਣਾ ਜੋ ਵੀ ਹੈ ਉਹਨੂੰ ਰੋਜ਼ ਰਿਕਾਰਡ ਕਰਨ ਤੇ ਆਪਣੇ ਜੀਵਨ ਵਿੱਚ ਅਸੀਂ ਉਹਨੂੰ ਤਾਂ ਕਿ ਉਤਾਰ ਸਕੀਏ ਤੇ ਸਿੱਖ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਧੰਨਵਾਦ ਜੀ। ਕੱਲ ਸਾਰਿਆਂ ਦੇ ਫਿਰ ਸਮੇਂ ਸਿਰ ਦਰਸ਼ਨ ਕਰਾਂਗੇ। ਤੁਹਾਡੇ ਜਿਹੜੇ ਕੋਈ ਸਵਾਲ ਹੋਣ ਬੇਸ਼ੱਕ ਗਰੁੱਪਸ ਵਿੱਚ ਪਾ ਦਿਓ ਆਪਣੇ, ਤੇ ਵੀਡੀਓ ਜ਼ਰੂਰ ਪਾਣਾ, ਸਾਰਿਆਂ ਦਾ ਕੋਸ਼ਿਸ਼ ਕਰਾਂਗੇ ਜਵਾਬ ਦੇਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ